ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਕਿਸਾਨਾਂ ਦੇ ਉੱਤੇ ਲਗਾਤਾਰ ਇੱਕ ਪ੍ਰੈਸ਼ਰ ਬਣ ਰਿਹਾ ਹੈ ਕਿ ਉਹਨਾਂ ਨੂੰ ਦਿੱਲੀ ਮੋਰਚੇ ਤੋਂ ਉੱਠਣਾ ਚਾਹੀਦਾ ਹੈ ਜਾਂ ਨਹੀਂ, ਉੱਥੋਂ ਕਿਸ ਤਰ੍ਹਾਂ ਇਕਜੁੱਟ ਹੋ ਕੇ ਘਰਾਂ ਨੂੰ ਵਾਪਸੀ ਕਰਨੀ ਚਾਹੀਦੀ ਆ। ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਸਿਆਸੀ ਪਿੜ ਜਿਹੜਾ ਉਹ ਵੀ ਮੰਗਦਾ ਜਾ ਰਿਹਾ ਕਿ ਕਿਸਾਨ ਕੀ ਸਿਆਸੀ ਫੈਸਲਾ ਕਿਸ ਢੰਗ ਦਾ ਲੈਣਗੇ, ਉਹਦੇ ਵਿੱਚ ਕਿੱਦਾਂ ਦਾ ਰੋਲ ਉਹਨਾਂ ਦਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਹੋਵੇਗਾ। ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ, ਖਾਸ ਕਰ ਜਿਹੜੇ ਕਿਸਾਨਾਂ ਨਾਲ ਵੀ ਜੁੜੇ ਨੇ, ਸ਼ਹਿਰੀ ਲੋਕ ਵੀ ਨੇ, ਉਹ ਇੱਕ ਤਰੀਕੇ ਦਾ ਬਦਲਾਅ ਚਾਹੁੰਦੇ ਨੇ। ਬਦਲਾਅ ਉਹ ਜਿਹੜਾ ਸਿਆਸਤ ਦੇ ਵਿੱਚ ਲੋਕ ਪੱਖੀ ਹੋਵੇ, ਇਸ ਕਰਕੇ ਉਹ ਸਿਆਸੀ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਅੱਕੇ ਹੋਏ ਨੇ। ਪਰ ਕਿਸਾਨ ਜਿਹੜੇ ਨੇ ਇਹਦੇ ਉੱਤੇ ਫਿਲਹਾਲ ਖੁੱਲ ਕੇ ਫੈਸਲਾ ਨਹੀਂ ਲੈ ਰਹੇ। ਚੜੂਨੀ ਸਾਹਿਬ ਦੀ ਭੂਮਿਕਾ ਜਿਹੜੀ ਪੰਜਾਬ ਦੇ ਵਿੱਚ, ਉਹਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਸਵਾਗਤ ਹੈ ਤੁਹਾਡਾ ਗੁਰਰੂਪ ਸਿੰਘ ਜੀ। ਕਿਸਾਨਾਂ ਦਾ ਸਟੈਂਡ ਜਿਹੜਾ ਆ, ਏਦਾਂ ਕਹਿ ਲਈਏ ਕਿ ਸਿਰ ਤੇ ਤਲਵਾਰ ਲਟਕ ਰਹੀ ਹੈ ਕਿ ਕੀਤਾ ਕੀ ਜਾਏ। ਵਾਪਸੀ ਨੂੰ ਲੈ ਕੇ ਵੀ ਚਰਚਾਵਾਂ ਨੇ ਕਿ ਇੱਧਰ ਪੰਜਾਬ ਦੇ ਵਿੱਚ ਫਿਰ ਜੇ ਐਮਐਸਪੀ ਦਾ ਕਾਨੂੰਨ ਨਾ ਬਣਿਆ ਤਾਂ ਕਹਿੰਦੇ ਵਿਰੋਧਤਾ ਵੀ ਹੋ ਸਕਦੀ ਹੈ, ਪਰ ਕਈ ਕਹਿੰਦੇ ਨੇ ਕਿ ਵਾਪਸ ਆ ਵੀ ਜਾਣਾ ਚਾਹੀਦਾ। ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੇ ਸੀਨ ਨੂੰ? ਮੈਨੂੰ ਲੱਗਦਾ ਕਿ ਜਿਹੜੀਆਂ ਆਪਾਂ ਗੱਲਾਂ ਸਟੂਡੀਓ 'ਚ ਬੈਠ ਕੇ ਕਰਦੇ ਹਾਂ ਵੀ ਉਹਨਾਂ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਉਹਨਾਂ 'ਤੇ ਤਲਵਾਰ ਹੈ, ਇਹ ਜਿਹੜੀਆਂ ਮੇਰੇ ਖਿਆਲ ਹੈ ਕਿ ਇਹੋ ਜਿਹੇ ਜਿਹੜੀਆਂ ਈਡੀਅਮਸ ਵਰਤਣ ਲੱਗਿਆ ਸਾਨੂੰ ਸਭ ਨੂੰ ਸੋਚ ਕੇ ਕਰਨਾ ਚਾਹੀਦਾ ਕਿ ਕਿਸਾਨਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਕਿਸਮ ਦਾ ਦਬਾਅ ਹੈ। ਦਬਾਅ ਤਾਂ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਕਹੀ ਜਾਂਦੇ ਜੀ ਇਹ ਦਬਾਅ ਉਹਨਾਂ ਦੇ ਉੱਤੇ ਹੈਗਾ ਵਾ, ਅੰਦਰਲਾ ਦਬਾਅ ਹੈ, ਬਾਹਰਲਾ ਦਬਾਅ ਹੈ, ਉਹ ਕਿੱਦਾਂ ਚਲਾਉਣਗੇ, ਉਹ ਚਲਾ ਰਹੇ ਆ। ਤਾਂ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕੋਈ ਕਿਸੇ ਕਿਸਮ ਦਾ ਦਬਾਅ ਉਹਨਾਂ ਦੇ ਉੱਤੇ ਨਹੀਂ ਹੈਗਾ। ਸ਼ਾਇਦ ਬਹੁਤੀਆਂ ਸਾਰੀਆਂ ਚੀਜ਼ਾਂ, ਜੇ ਆਪਾਂ ਉਹਨਾਂ ਦੀ ਪਿਛਲੀ ਮੀਟਿੰਗ ਜਿਹੜੀ 27 ਤਰੀਕ ਨੂੰ ਹੋਈ ਸੀ ਉਹਨੂੰ ਬਹੁਤ ਬਰੀਕੀ ਨਾਲ ਦੇਖਿਆ ਜਾਵੇ ਤਾਂ ਉਹਦਾ ਬਹੁਤ ਸਹਿਜ ਸੁਭਾਅ ਦੇ ਵਿੱਚ ਇਹ ਠੀਕ ਆ ਕਿ ਉਹ ਇੱਕ ਬਹੁਤ ਵੱਡੀ ਲੜਾਈ ਜਿਹੜੀ ਹੈਗੀ ਆ ਉਹਨਾਂ ਨੇ ਉਹ ਜਿੱਤੀ ਆ, ਔਰ ਬੜੇ ਉਹਨੂੰ ਕੀ ਕਹਿੰਦੇ ਆ ਕਿ ਇੱਜ਼ਤ ਮਾਨ ਦੇ ਨਾਲ, ਸ਼ਾਨ ਸ਼ੌਕਤ ਦੇ ਨਾਲ, ਪਰ ਇਹਦੇ ਨਾਲ ਨਾਲ ਬਹੁਤ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ। 700 ਲੋਕਾਂ ਦਾ, ਕਿਸਾਨਾਂ ਦਾ ਇਸ ਜਿਹੜੀ ਪੀਸਫੁਲ ਸਟਰਗਲ ਹੈਗੀ ਆ ਉਹਦੇ ਵਿੱਚ ਆਪਣੀ ਜਾਨ ਦੇ ਦੇਣਾ, ਜਾਂ ਜਿਹਨੂੰ ਆਪਾਂ ਕਹਿੰਦੇ ਸ਼ਹੀਦ ਹੋ ਜਾਣਾ, ਮੇਰੇ ਖਿਆਲ ਆਉਣ ਵਾਲਾ ਇਤਿਹਾਸ ਦੇ ਵਿੱਚ ਜਦੋਂ ਅਗਲੀਆਂ ਪੀੜ੍ਹੀਆਂ ਪੜ੍ਹਿਆ ਕਰਨਗੀਆਂ ਤਾਂ ਇਹ ਜਿਹੜੀ ਕਿਸਾਨੀ ਕੋਲ ਹੈ ਆਪਣੇ ਆਪ ਦੇ ਵਿੱਚ ਬਹੁਤ ਮਿਸਾਲੀ ਕੋਲ ਹੈ। ਮੈਨੂੰ ਨਹੀਂ ਲੱਗਦਾ, ਮੇਰਾ ਆਪਣਾ ਜਾਤੀ ਤਜਰਬੇ ਦੇ ਤੌਰ ਦੇ ਉੱਤੇ ਜਾਂ ਜਿਹੜੇ ਮੇਰੇ ਕੋਲ ਜਿਸ ਕਿਸਮ ਦੀ ਜਿਹੜੀ ਜਾਣਕਾਰੀ ਹੈਗੀ ਆ, ਵੀ ਉਹ ਕਿਸੇ ਵੀ ਪ੍ਰੈਸ਼ਰ ਥੱਲੇ ਹੈਗੇ ਆ। ਹਾਂ ਠੀਕ ਆ, ਉਹਨਾਂ 'ਚ ਐਕਸਾਈਟਮੈਂਟ ਕਾਫੀ ਜ਼ਿਆਦਾ ਹੈਗੀ ਆ, ਔਰ ਉਹ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਇਹ ਘੋਲ ਜਿੱਤਿਆ, ਹੁਣ ਸਰਕਾਰ ਬੈਕਫੁੱਟ ਦੇ ਉੱਤੇ ਆ। ਇਹ ਪਹਿਲੀ ਵਾਰੀ ਹੋਇਆ ਕਿ ਕੋਈ ਵੀ ਸਰਕਾਰ, ਤੁਸੀਂ ਦੁਨੀਆ ਦੇ ਇਤਿਹਾਸ ਦੀਆਂ ਜਾਂ ਭਾਰਤ ਦੇ ਇਤਿਹਾਸ ਦੀਆਂ ਕਿਸਾਨੀ ਸੰਘਰਸ਼ ਕੱਢ ਕੇ ਵੇਖ ਲਓ, ਕਦੀ ਵੀ ਕੋਈ ਸਰਕਾਰ ਇੰਨੀ ਬੈਕਫੁੱਟ ਤੇ ਨਹੀਂ ਸੀ ਹੋਈ, ਇੰਨੀ ਨਮੋਸ਼ੀ ਵਾਲੀ ਹਾਲਾਤ ਦੇ ਵਿੱਚ ਨਹੀਂ ਸੀ ਹੋਈ, ਜਿੰਨੀ ਕਿਸਾਨਾਂ ਨੇ ਇਹ ਆਪਣੇ ਆਪ 'ਚ ਕਹਿੰਦੀ ਜਾਂਦੀ ਤਾਕਤਵਰ ਨੂੰ ਜਿਹੜਾ ਹੈਗਾ ਵਾ ਬੈਕਫੁੱਟ ਤੇ ਲਿਆ ਦਿੱਤਾ। ਤਾਂ ਇਸ ਕਰਕੇ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ 'ਤੇ ਕੋਈ ਤਲਵਾਰ ਨਹੀਂ ਲਟਕਦੀ, ਉਹਨਾਂ 'ਤੇ ਕੋਈ ਇੰਟਰਨਲ ਐਕਸਟਰਨਲ ਪ੍ਰੈਸ਼ਰ ਨਹੀਂ, ਉਹਨਾਂ 'ਚ ਬਹੁਤ ਜ਼ਿਆਦਾ ਕੌਨਫੀਡੈਂਸ ਆ, ਉਹ ਬਹੁਤ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਹੈ। ਪਰ ਕਿਉਂਕਿ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਹੈਗੀਆਂ, ਸਾਰੀਆਂ ਜਥੇਬੰਦੀਆਂ ਆਪ ਪੋਲੀਟੀਕਲ ਨਹੀਂ ਹੈਗੀਆਂ, ਉਹ ਪੋਲੀਟੀਕਲ ਵੀ ਹੈਗੀਆਂ। ਸਾਰੀਆਂ ਜਥੇਬੰਦੀਆਂ, ਹੋ ਸਕਦਾ ਉਹਨਾਂ 'ਚ ਕੁਝ ਜਥੇਬੰਦੀਆਂ ਦੇ ਜਿਹੜੇ ਹੈਗੇ ਆ ਦੂਸਰੇ ਪੋਲੀਟੀਕਲ ਪਾਰਟੀ ਨਾਲ ਸਿੱਧੇ ਤੌਰ 'ਤੇ ਸੰਬੰਧ ਹੋਣ, ਜਿੱਦਾਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਚਨੂਨੀ ਸਾਹਿਬ, ਤੁਹਾਨੂੰ ਪਤਾ ਹੋਣਾ ਚਾਹੀਦਾ ਚਨੂਨੀ ਸਾਹਿਬ ਨੂੰ ਸਸਪੈਂਡ ਵੀ ਕੀਤਾ ਹੈ ਜਦੋਂ ਇਹ ਹੂਡਾ ਸਾਹਿਬ ਦੇ ਨਾਲ, ਕਾਂਗਰਸ ਦੇ ਹੋਰ ਬੰਦਿਆਂ ਦੇ ਨਾਲ ਹੌਬਨੋਬਿੰਗ ਕਰਦੇ ਫੜੇ ਗਏ ਸੀਗੇ ਜਾਂ ਉਹਨਾਂ ਨੂੰ ਪਾਇਆ ਗਿਆ ਸੀਗਾ। ਤਾਂ ਇਸ ਕਰਕੇ ਜਿਹੜੀਆਂ ਵੱਡੀਆਂ ਧਿਰਾਂ, ਆਪਾਂ ਉਹਨਾਂ ਦੀ ਗੱਲ ਕਰੀਏ, ਵੱਡੀ ਧਿਰ ਜਿਹੜੀ ਹੈਗੀ ਪੰਜਾਬ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦੀ ਵੱਡੀ ਧਿਰ ਹੈਗੀ ਆ। ਤਾਂ ਜੋ ਵੀ ਫੈਸਲਾ ਹੋਣਾ ਵਾ, ਤੁਸੀਂ ਉਹ ਕੀ ਕਹਿੰਦੇ ਆ ਉਹਨਾਂ ਦਾ ਤੁਸੀਂ ਜਿਹੜਾ ਹੈਗਾ ਜਵਾਬ ਲੈ ਕੇ ਦੇਖੋ। ਬਹੁਤ ਸਹਿਜ ਸੁਭਾਅ ਦੇ ਵਿੱਚ ਆ, ਬਹੁਤ ਕੌਨਫੀਡੈਂਟ ਹੈ, ਔਰ ਬਹੁਤ ਹੀ ਜਿਹੜਾ ਹੈਗਾ ਉਹਨਾਂ ਦਾ ਮੈਚਿਓਰ ਰਿਸਪੌਂਸ ਹੁੰਦਾ। ਇਸ ਤੋਂ ਬਾਅਦ ਜਿਹੜਾ ਪ੍ਰੋਮੀਨੈਂਟ ਲੀਡਰ ਹੈਗਾ ਔਰ ਕੇਸ ਟਕੈਤ ਹੈਗਾ, ਮੈਂ ਨਹੀਂ ਕਹਿੰਦਾ ਕਿ ਇਹ ਕਿਸੇ ਇੱਕ ਜਥੇਬੰਦੀ ਦੀ ਵਜ੍ਹਾ ਕਰਕੇ ਹੋਇਆ, ਹਾਂ ਕੋਈ ਜਥੇਬੰਦੀ ਦਾ ਰੋਲ ਜ਼ਿਆਦਾ ਹੁੰਦਾ, ਪਰ ਇੱਕ ਕਲੈਕਟਿਵ ਐਫਰਟ ਸੀਗੀ। ਜੇ ਯੂਪੀ ਦੇ ਵਿੱਚ ਰਕੇਸ਼ ਟਕੈਤ ਹੋਣੀ ਨਾ ਖੜੇ ਹੁੰਦੇ ਤਕੜੇ ਇਸ ਘੋਲ ਦੇ ਵਿੱਚ, ਤੇ ਸ਼ਾਇਦ ਜਿਹੜੀ ਕੇਂਦਰ ਦੀ ਸਰਕਾਰ ਸੀ ਉਹ ਇੰਨੀ ਜਲਦੀ ਉਹਦੇ ਵਿੱਚੋਂ ਨਾ ਮੰਨਦੀ, ਜਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਹੋਰ ਜਥੇਬੰਦੀਆਂ, ਉਹ 'ਚ ਕੋਈ ਛੋਟੀਆਂ ਵੀ ਹੈਗੀਆਂ, ਵੱਡੀਆਂ ਵੀ ਹੈਗੀਆਂ, ਜਾਂ ਜਿਸ ਤਰੀਕੇ ਨਾਲ ਦੇਸ਼ ਦੇ ਹੋਰ ਇਲਾਕੇ ਦੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਸੀ, ਭਾਵੇਂ ਉਹਨਾਂ ਦਾ ਨੰਬਰ ਥੋੜ੍ਹਾ ਸੀਗਾ, ਬਹੁਤ ਥੋੜ੍ਹੇ ਸਮੇਂ ਲਈ ਆਉਂਦੇ ਸੀਗੇ, ਉਹਨਾਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਪ੍ਰੋਟੈਸਟ ਕੀਤਾ। ਤਾਂ ਮੇਰਾ ਕਹਿਣ ਤੋਂ ਭਾਵ ਹੈ ਆਪਾਂ ਨੂੰ ਇਹ ਜਿਹੜੀ ਥੋੜ੍ਹੀ ਹੈਗੀ ਆ, ਮੈਨੂੰ ਲੱਗਦਾ ਕਿ ਅੱਜ ਕੱਲ੍ਹ ਕਿਉਂਕਿ ਸੁਰਲੀ ਛੱਡਣ ਦਾ ਸਮਾਂ ਬਹੁਤ ਆ ਗਿਆ ਹੈ ਕਿ ਉਹ ਪ੍ਰੈਸ਼ਰ ਥੱਲੇ ਹੈ, ਉਹ ਬ੍ਰੇਕਿੰਗ ਨਿਊਜ਼ ਬਣਦੀ ਹੈ, ਉਹਨਾਂ ਦੀ ਤਲਵਾਰ ਲਟਕਦੀ ਆ। ਮੈਨੂੰ ਇਹ ਲੱਗਦਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਉਹ ਅੱਗੇ ਨੂੰ ਜ਼ਿਆਦਾ ਕੌਨਫੀਡੈਂਟ ਹੋਏ ਆ, ਨੰਬਰ 1। ਦੂਸਰਾ ਹੈ ਕਿ
ਆਰਗੇਨਾਈਜੇਸ਼ਨਾਂ ਤੇ ਜਿਹੜੇ ਲੀਡਰ ਹੁੰਦੇ ਆ, ਉਹ ਕਿਸੇ ਦੇ ਵੀ ਹੋਣ, ਕਿਸਾਨਾਂ ਦੇ ਹੋਣ ਜਾਂ ਪੋਲੀਟੀਕਲ ਪਾਰਟੀਆਂ ਦੇ ਹੋਣ, ਉਹ ਜਿਹੜੇ ਆਮ ਲੋਕ ਆ, ਜਿਹੜੇ ਉਹਨਾਂ ਦੇ ਪੈਰ ਹੁੰਦਾ ਵਾ, ਸਿਰ ਹੁੰਦੇ ਆ ਜਾਂ ਧਿਰ ਹੁੰਦੀ ਆ, ਉਹਨਾਂ ਦੀ ਮਨਸ਼ਾ ਤੋਂ ਬਗੈਰ ਕੋਈ ਯੂਨੀਲੈਟਰਲ ਫੈਸਲਾ ਨਹੀਂ ਲੈ ਸਕਦੇ। ਮੈਨੂੰ ਇਹ ਲੱਗਦਾ ਹੈ ਕਿ ਅਜੇ ਜਿਹੜਾ ਜਨ ਸਧਾਰਨ ਕਿਸਾਨ ਹੈਗਾ ਵਾ, ਜਾਂ ਜਿਹੜਾ ਆਮ ਕਿਸਾਨ ਆ, ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਸ ਮੂਵਮੈਂਟ ਨੂੰ ਸਪੋਰਟ ਕੀਤੀ ਆ, ਔਰ ਉਹ ਅਜੇ ਤੱਕ ਮੈਂਟਲੀ ਪ੍ਰਿਪੇਅਰ ਨਹੀਂ ਹੋਏ ਕਿ ਕਾਨੂੰਨ ਵਾਪਸ ਹੋ ਗਏ। ਮੈਂ ਕਹਿੰਦਾ ਕਾਨੂੰਨ ਵਾਪਸ ਹੋ ਵੀ ਜਾਣ, ਬਹੁਤ ਕਲੀਅਰ ਹੈ, ਸਰਕਾਰੀ ਅੰਕੜੇ ਮੰਨਦੇ ਹੈ ਕਿ ਜਿਹੜੀ MSP ਹੈਗੀ ਉਹ 6 ਤੋਂ 10% ਲੋਕਾਂ ਨੂੰ ਹੀ ਮਿਲਦੀ ਆ। ਹੁਣ ਇਹ ਉਹਨਾਂ ਦਾ ਲੌਜਿਕ ਹੈ, BJP ਵਾਲਿਆਂ ਦਾ ਹੈ ਜਾਂ ਸਰਕਾਰੀ ਧਿਰ ਦਾ ਹੈ ਕਿ ਪੰਜਾਬ ਹਰਿਆਣੇ ਦੀ ਸਮੱਸਿਆ ਖਤਮ ਹੋ ਗਈ, ਪਰ ਇਹ ਜਿਹੜਾ ਅੰਦੋਲਨ ਹੈਗਾ ਇਹ ਹੁਣ ਪੰਜਾਬ ਹਰਿਆਣਾ ਤੱਕ ਸੀਮਤ ਨਹੀਂ ਹੈ, ਇਹਦੇ ਵਿੱਚ UP ਵੀ ਹੈ, ਬਿਹਾਰ ਵੀ ਹੈ, ਸਦਰਨ ਸਟੇਟ 'ਚ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਵੀ ਹੁਣ ਤੱਕ ਗੱਲ ਚੱਲੀ ਹੈ, ਔਰ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਇਹਨਾਂ ਨੇ ਬੈਕਫੁੱਟ ਤੇ ਲਿਆਂਦਾ ਹੈ, ਇਹਨਾਂ ਦੇ ਮਸਲੇ ਜਿਹੜੇ ਖਾਸ ਕਰਕੇ ਮੰਗਾਂ ਬਹੁਤ ਕਲੀਅਰ ਆ। MSP ਦੀ ਇੰਪੋਰਟੈਂਟ ਗੱਲ ਹੈਗੀ ਆ, ਇਹ ਤੋਂ ਬਾਅਦ ਜੋ ਕਿਸਾਨਾਂ ਦੇ ਨਾਲ ਵਧੀਕੀਆਂ ਹੋਈਆਂ ਕੇਸਾਂ ਦੀ ਗੱਲ ਹੈਗੀ ਆ, ਨਹੀਂ ਤੇ ਵਿਚਾਰੇ ਗਰੀਬ ਹੁਣ ਤਾਂ ਜਥੇਬੰਦਕ ਤੌਰ ਤੇ ਨਾ ਕੋਈ ਪੁਲਿਸ ਉਹਨਾਂ ਨੂੰ ਹੱਥ ਪਾਉਂਦੀ ਆ, ਚਾਹੇ ਪੰਜਾਬ ਦੀ ਆ, ਹਰਿਆਣੇ ਦੀ ਆ, UP ਦੀ ਆ, ਰੇਲਵੇ ਦੀ ਆ, ਕੋਈ ਵੀ ਹੋਰ ਹੈਗੀ ਆ। ਜਿੱਦਣ ਇਹ ਘਰਾਂ ਨੂੰ ਆ ਗਏ ਤੇ ਹੌਲੀ ਹੌਲੀ ਉਹਨਾਂ ਨੇ ਵੇਖਣਾ ਕਿ ਕਿਹੜੇ ਵਨਰੇਬਲ ਸੈਕਸ਼ਨਸ ਹੈਗੇ ਆ, ਕਿਹੜੇ ਕਿਸਾਨ ਹੈਗੇ ਆ, ਉਹਨਾਂ ਦੇ ਉੱਤੇ ਮੁਕੱਦਮੇ ਵੀ ਚਲਾਉਣਗੇ, ਉਹਨਾਂ ਨੂੰ ਜਿਹੜਾ ਹੈਗਾ ਮੁੜ ਕੇ ਤੰਗ ਵੀ ਕਰਨਗੇ, ਪਰੇਸ਼ਾਨ ਵੀ ਕਰਨਗੇ। ਤੇ ਮੈਨੂੰ ਇਹ ਲੱਗਦਾ ਕਿ ਲਖੀਮਪੁਰ ਖੀਰੀ ਦਾ ਮਸਲਾ ਅੱਜ ਉਸੇ ਤਰੀਕੇ ਨਾਲ ਡਟਿਆ ਪਿਆ, ਔਰ ਉਹ ਜਿਹੜਾ ਮੰਤਰੀ ਹੈਗਾ ਉਹਨੂੰ ਸਰਕਾਰ ਨੇ ਆਪਣੇ ਨੱਕ ਦਾ ਜਿਹੜਾ ਨਾ ਸਵਾਲ ਬਣਾ ਕੇ ਰੱਖਿਆ ਹੋਇਆ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਇਹ ਇੱਕ ਪੜਾਅ, ਜਿਹੜਾ ਵੱਡਾ ਪੜਾਅ ਸੀਗਾ, ਜਿਹਦੇ ਵਿੱਚ ਕਹਿੰਦੇ ਨਾ ਵੀ ਸਰਕਾਰ ਦੀ ਜਿਹੜੀ ਸੀ ਧੌਣ ਨੀਵੀਂ ਕਰਨ ਵਾਲੀ ਗੱਲ ਸੀਗੀ, ਮਾਫੀ ਮੰਗਾਉਣ ਵਾਲੀ ਗੱਲ ਸੀ, ਉਹ ਹੋਇਆ ਵਾ। ਅਜੇ ਕਾਫੀ ਕੁਝ ਹੋਰ ਕਰਨ ਵਾਲਾ ਹੈ। ਵੱਡਾ ਮੁੱਦਾ MSP ਦਾ, ਕਿਉਂਕਿ ਇਹ ਤੁਹਾਨੂੰ ਫਸਲਾਂ ਦੇ ਰੇਟ ਹੀ ਨਹੀਂ ਪੂਰੇ ਮਿਲਣਗੇ, ਜਾਂ ਜਿਸ ਤਰੀਕੇ ਨਾਲ ਕਿਸਾਨਾਂ ਦੀਆਂ ਸਮੱਸਿਆ ਵਧਣਗੀਆਂ, ਜੋ ਕਿਸਾਨ ਅੱਜ ਵਾਪਸ ਆ ਜਾਂਦੇ ਆ ਤੇ ਉਹ ਜਦੋਂ ਸੋਚਣਗੇ ਵੀ ਕਾਨੂੰਨ ਤਾਂ ਸਰਕਾਰ ਨੇ ਪਹਿਲਾਂ ਸਸਪੈਂਡ ਕੀਤੇ ਸੀਗੇ, ਸੁਪਰੀਮ ਕੋਰਟ ਨੇ ਪਹਿਲਾਂ ਸਸਪੈਂਡ ਕੀਤੇ ਸੀਗੇ, ਤੇ ਅਸੀਂ ਖੱਟਿਆ ਕੀ ਤੇ ਵੱਟਿਆ ਕੀ। ਤੇ ਮੈਨੂੰ ਇਹ ਲੱਗਦਾ ਕਿ ਇਹ ਲੋੜ ਇਹ ਹੈਗੀ ਆ ਇਸ ਕਿਸਮ ਦੀ ਬਹਿਸ ਕਰਨ ਦੀ, ਇਸ ਕਿਸਮ ਦੀ ਹੌਸਲਾ ਅਫਜ਼ਾਈ ਕਰਨ ਦੀ, ਜਾਂ ਇਸ ਕਿਸਮ ਦਾ ਜਿਹੜਾ ਹੈਗਾ ਆਰਗੂਮੈਂਟ ਦੇਣ ਦੀ ਕਿ ਕਿਸਾਨ ਜਿਹੜੇ ਹੈਗੇ ਆ, ਜਿੰਨਾ ਚਿਰ ਸਾਨੂੰ ਇਹ ਨਾ ਪਤਾ ਲੱਗੇ ਕਿ ਉਹਨਾਂ ਵਿੱਚੋਂ ਕੁਝ ਲੋਕ, ਹੋ ਸਕਦਾ, ਮੈਂ ਮੰਨਦਾ ਇਹ ਗੱਲ ਨੂੰ, ਤੁਸੀਂ ਜਿਹੜਾ ਰੈਫਰੈਂਸ ਦਿੱਤੀ ਹੈ ਚਡੂਨੀ ਦੀ ਖਾਸ ਕਰਕੇ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਚਡੂਨੀ ਸਾਹਿਬ ਦਾ ਏਜੰਡਾ ਕੀ ਹੈਗਾ ਵਾ, ਜਾਂ ਇਹ ਸਮਝ ਨਹੀਂ ਆਉਂਦੀ ਵੀ ਚਡੂਨੀ ਸਾਹਿਬ ਪੰਜਾਬ ਦੇ ਵਿੱਚ ਆਣ ਕੇ ਕਿਹੜੀਆਂ ਧਿਰਾਂ ਨਾਲ ਰਲਣਗੇ। ਜਿਹੜੀ ਮੇਰੀ ਸਮਝ ਹੈਗੀ ਆ ਕਿ ਚਡੂਨੀ ਸਾਹਿਬ ਉਹਨਾਂ ਧਿਰਾਂ ਨਾਲ ਲੱਗ ਰਹੇ ਆ ਜਿਹੜੀਆਂ ਧਿਰਾਂ ਨੂੰ ਪੰਜਾਬ ਨੇ ਪਿਛਲੇ 20-30 ਸਾਲਾਂ ਤੋਂ ਰਿਜੈਕਟ ਕਰ ਦਿੱਤਾ। ਉਹ ਰਾਜਨੀਤਿਕ ਸਿਆਸੀ ਧਿਰਾਂ ਹੈਗੀਆਂ ਵਾ ਜਿਨ੍ਹਾਂ ਦੇ ਨਾਲ ਉਹ ਬੈਠਦੇ ਆ, ਖਲੋਂਦੇ ਆ, ਰਹਿੰਦੇ ਆ, ਜਾਂ ਉਹ ਕਰਦੇ ਆ, ਜਾਂ ਜਿਸ ਕਿਸਮ ਦੀ ਰਾਜਨੀਤੀ ਚਡੂਨੀ ਸਾਹਿਬ ਖੇਡਣੀ ਚਾਹੁੰਦੇ ਆ, ਉਹ ਪੰਜਾਬ ਦੇ ਲੋਕਾਂ ਨੇ ਬਹੁਤ ਪਹਿਲਾਂ ਉਹ ਰਿਜੈਕਟ ਕਰ ਦਿੱਤੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਗੱਲ ਕਿਸਾਨ ਸਾਡੇ ਤੋਂ, ਕਿਉਂਕਿ ਜਿਹੜੇ ਲੀਡਰ ਹੈਗੇ, ਜਿਹੜਾ ਮੇਰਾ ਆਪਣਾ ਤਜਰਬਾ ਹੈ, ਉਹ ਬਹੁਤ ਸਮਝਦਾਰ ਹੈ, ਪੜ੍ਹਿਆ ਲਿਖਿਆ ਨਾਲੋਂ ਜ਼ਿਆਦਾ ਸਮਝਦਾਰ ਹੈ, ਸਟੂਡੀਓ 'ਚ ਬੈਠੇ ਲੋਕਾਂ ਨੂੰ ਗੱਲ ਕਰਨ ਨੂੰ ਜ਼ਿਆਦਾ ਸਮਝਦਾਰ ਹੈ, ਵਿਗਿਆਨੀਆਂ ਨਾਲੋਂ ਜ਼ਿਆਦਾ ਸਮਝਦਾਰ ਹੈ, ਔਰ ਉਹਨਾਂ ਨੇ ਲੜਾਈ ਲੜੀ ਹੈ, ਉਹਨਾਂ ਨੇ ਤਜਰਬਾ ਲਿਆ ਹੈ, ਉਹਨਾਂ ਨੂੰ ਪਤਾ ਵੀ ਸਰਕਾਰ ਕੀ ਹੁੰਦੀ ਹੈ, ਉਹਨਾਂ ਨੇ ਸਰਕਾਰ ਦੇ ਦੰਦ ਖੱਟੇ ਕੀਤੇ ਆ। ਮੈਨੂੰ ਤੇ ਲੱਗਦਾ ਵੀ ਇਹ ਸਿਰਫ ਕਿਸਾਨੀ ਦੀ ਲੜਾਈ ਨਹੀਂ ਹੈ, ਸਰਕਾਰ ਨੇ ਇਸ ਵੇਲੇ ਡੈਮੋਕ੍ਰੇਸੀ ਦੀ ਲੜਾਈ ਲੜੀ ਹੈ। ਸਰਕਾਰ ਨੇ ਇਸ ਵੇਲੇ ਜਿਹੜਾ ਸਾਡਾ ਰਿਪਬਲਿਕ ਜਿਹੜਾ ਪਿਛਲੇ ਸਮੇਂ ਤੋਂ ਥਿੜਕਦਾ ਫਿਰਦਾ ਸੀਗਾ, ਉਹਨੂੰ ਦੁਬਾਰਾ ਰੀਗੇਨ ਕਰਨ ਦੀ ਜਿਹੜੀ ਹੈਗੀ ਆ ਉਹ ਲੜਾਈ ਲੜੀ ਆ। ਤੋ ਇਸ ਕਰਕੇ ਇਹ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਇਹ ਹਾਂ ਠੀਕ ਆ, ਉਹਦੇ ਕੋਈ ਮੋੜ ਬਦਲ ਸਕਦਾ ਹੈ, ਉਹਦੀ ਕੋਈ ਹੋਰ ਸਟ੍ਰੈਟਜੀ ਹੋ ਸਕਦੀ ਆ, ਉਹਦਾ ਕੋਈ ਹੋਰ ਵੇ ਆਊਟ ਹੋ ਸਕਦਾ ਹੈ, ਪਰ ਉਹ ਉਹਨਾਂ ਚਿਰ ਸ਼ਾਇਦ ਇਹਦੇ ਉੱਤੇ ਕੋਈ ਫੈਸਲਾ ਨਹੀਂ ਹੋਊਗਾ। ਹਾਂ, ਜੇ ਕਿਸਾਨ ਇਹ ਫੈਸਲਾ ਲੈ ਲੈਂਦੇ, 2-4 ਵਾਪਸ ਆ ਜਾਂਦੇ ਆ, ਤੇ ਮੈਨੂੰ ਲੱਗਦਾ ਵੀ ਉਹ ਜਥੇਬੰਦੀਆਂ ਨੂੰ ਲੋਕੀ ਮੂੰਹ ਨਹੀਂ ਲਾਉਣਗੇ। ਉਹਨਾਂ ਦੇ ਪੈਰੋਕਾਰ ਜਿਹੜੇ ਹੈਗੇ, ਜਿਹੜੇ ਉੱਥੇ ਸਟਰਗਲਿੰਗ ਫਾਰਮਰਸ ਹੈਗੇ, ਜਿਹੜੇ ਉੱਥੇ ਡਟ ਕੇ ਬੈਠੇ ਆ, ਉਹਨਾਂ ਦੇ ਨਾਲ ਚੱਲ ਜਾਣਗੇ, ਕਿਉਂਕਿ ਕਿਸਾਨ ਕਿਸੇ ਵੀ ਕਿਸਾਨ ਜਥੇਬੰਦੀ ਦਾ ਕੋਈ ਬੌਂਡਡ ਲੇਬਰ ਨਹੀਂ ਹੈ। ਔਰ ਖਾਸ ਕਰਕੇ ਪੰਜਾਬ 'ਚ ਅਸੀਂ ਦੇਖਿਆ ਕਿ ਕਿਸਾਨਾਂ ਦੀ ਫਰੀਕੁਐਂਟਲੀ ਟੁੱਟ ਭੱਜ ਵੀ ਰਹੀ ਆ। ਪਿਛਲੇ ਸਮੇਂ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਦੀ ਵੀ ਟੁੱਟ ਭੱਜ ਹੋਈ ਸੀਗੀ। ਕੁਝ ਕਿਸਾਨ ਜਥੇਬੰਦੀਆਂ ਦੇ ਜਿਹੜੇ ਪੈਰੋਕਾਰ ਸੀਗੇ, ਉਹ ਇੱਕ ਜਥੇਬੰਦੀ ਨੂੰ ਛੱਡ ਕੇ ਦੂਸਰੀ ਜਥੇਬੰਦੀ ਨਾਲ ਗਏ ਆ, ਜਿਹੜੀ ਜਥੇਬੰਦੀ ਨੂੰ ਲੱਗਦੀ ਵੀ ਜ਼ਿਆਦਾ ਫਾਈਟਿੰਗ ਸਪਿਰਿਟ ਦੇ ਵਿੱਚ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਹੈ, ਉਹਨਾਂ ਤੇ ਕੋਈ ਤਲਵਾਰ ਨਹੀਂ ਲਟਕਦੀ ਹੈ, ਉਹਨਾਂ ਦੀ ਕੋਈ ਮਜਬੂਰੀ ਨਹੀਂ ਹੈ, ਤੇ ਉਹ ਅਜੇ ਸ਼ਾਇਦ, ਕਿਉਂਕਿ ਜਿੰਨਾ ਚਿਰ ਉਹਨੂੰ ਲੱਗਦਾ ਕਿ ਅਸੀਂ ਪੂਰਾ ਜੰਗ ਜਿਹੜਾ ਨਾ ਮੈਦਾਨ ਜਿੱਤ ਕੇ ਨਹੀਂ ਆਉਂਦੇ, ਤੇ ਸ਼ਾਇਦ ਉਹਨਾਂ ਲਈ ਵਾਪਸ ਮੁੜਨਾ ਥੋੜਾ ਜਿਹਾ ਜਿਹੜਾ ਹੈਗਾ ਉਹ ਕਾਫੀ ਮੁਸ਼ਕਲ ਲੱਗਦਾ, ਮੈਨੂੰ ਮੁਸ਼ਕਲ ਲੱਗਦਾ, ਹੋ ਸਕਦਾ ਗਲਤ ਹੋਣ ਇਹਦੇ ਵਿੱਚ।
ਬਿਲਕੁਲ ਬਿਲਕੁਲ ਜਗਰੂਪ ਸਿੰਘ ਜੀ, ਇੱਥੇ ਗੱਲ ਜਦੋਂ ਸਿਆਸੀ ਸਮੀਕਰਨਾਂ ਦੀ ਤੁਸੀਂ ਕਿਹਾ ਕਿ ਉਗਰਾਹਾਂ ਸਾਹਿਬ ਤਾਂ ਸਪਸ਼ਟ ਤੌਰ ਦੇ ਉੱਤੇ ਅਸੀਂ ਵੀ ਸ਼ੁਰੂ ਤੋਂ ਸੁਣਦੇ ਆਏ ਹਾਂ, ਉਹ ਕਹਿੰਦੇ ਨੇ ਕਿ ਕੋਈ ਸਿਆਸਤ 'ਚ ਅਸੀਂ ਹਿੱਸਾ ਨਹੀਂ ਲੈਣਾ, ਅਸੀਂ ਇਹਨਾਂ ਉੱਤੇ ਇੱਕ ਸਿਆਸਤਦਾਨਾਂ ਨੂੰ ਸ਼ੀਸ਼ਾ ਵਿਖਾਉਂਦੇ ਰਹਿਣਾ। ਪਰ ਜਦੋਂ ਅਸੀਂ ਰਾਜੇਵਾਲ ਸਾਹਿਬ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖਿਆ ਕਿ ਅਕਾਲੀ ਦਲ ਵੇਲੇ ਆਮ ਆਦਮੀ ਪਾਰਟੀ ਦੇ ਨਾਲ, ਹੁਣ ਕੈਪਟਨ ਸਾਹਿਬ ਖਾਸ ਤੌਰ ਦੇ ਉੱਤੇ ਜਦੋਂ ਵੀ ਕਿਸਾਨੀ ਦੀ ਕੋਈ ਗੱਲ ਹੁੰਦੀ ਹੈ ਤੇ ਉਹ ਉਹੀ ਤਸਵੀਰ ਜਿਹੜੀ ਗੰਨੇ ਵੇਲੇ ਇਹਨਾਂ ਦਾ ਮਤਲਬ ਕਿ ਮੂੰਹ ਮਿੱਠਾ ਕਰਾਇਆ ਗਿਆ ਸੀਗਾ ਉਹਨੂੰ ਜਾਰੀ ਕਰਦੇ ਨੇ। ਹਰ ਕੋਈ ਚਾਹੁੰਦਾ ਹੈ ਕਿ ਇਹ ਸਾਡੇ ਵੱਲ ਨੂੰ ਹੋਣ। ਰਾਜੇਵਾਲ ਸਾਹਿਬ ਨੂੰ ਜਦੋਂ ਸਿਆਸਤ ਦਾ ਸਵਾਲ ਹੁੰਦਾ ਤਾਂ ਉਹ ਵੀ ਕਹਿੰਦੇ ਨੇ ਕਿ ਸਾਫ਼ ਸੁਥਰੀ ਸਿਆਸਤ, ਲੀਡਰ ਚੰਗੇ ਹੋਣ, ਇਮਾਨਦਾਰਾਂ ਨੂੰ ਅੱਗੇ ਕਰੋ, ਪਰ ਉਹ ਇਨਕਾਰ ਵੀ ਨਹੀਂ ਕਰਦੇ ਕਿ ਅਸੀਂ ਨਹੀਂ ਆਣਾ। ਉਹ ਕਹਿੰਦੇ ਇਹ ਅਗਲਾ ਸਵਾਲ ਆ। ਇਸ ਕਰਕੇ ਸ਼ੰਕੇ ਖੜੇ ਹੁੰਦੇ ਨੇ ਕਿ ਕਿਸਾਨ ਤਾਂ ਉੱਥੇ ਬਾਰਡਰਾਂ ਤੇ ਬੈਠੇ ਨੇ, ਕਿਸਾਨ ਇਹਨਾਂ ਨੂੰ ਅੱਗੇ ਲਾ ਕੇ ਕਿ ਲੀਡਰ ਸਾਡੇ ਨੇ, ਅਸੀਂ ਇਹਨਾਂ ਦੇ ਮਗਰ ਆ। ਪਰ ਜਦੋਂ ਕਿਤੇ ਨਾ ਕਿਤੇ ਥੋੜਾ ਜਿਹਾ ਇਹੋ ਜਿਹੀਆਂ ਚਰਚਾਵਾਂ ਚੱਲਦੀਆਂ ਤਾਂ ਸਵਾਲ ਉੱਠਦੇ ਨੇ ਕਿ ਕੀ ਕਿਸਾਨਾਂ ਨੂੰ ਸਿਆਸਤ ਦੇ ਵਿੱਚ ਐਂਟਰੀ ਕਰਨੀ ਚਾਹੀਦੀ ਹੈ? ਕੀ ਪੰਜਾਬ ਦੀ ਸਿਆਸਤ ਨੂੰ ਬਦਲ ਸਕਦੇ ਨੇ? ਮੈਂ ਕਹਿੰਦਾ ਐਂਟਰੀ ਜ਼ਰੂਰ ਕਰਨੀ ਚਾਹੀਦੀ ਹੈ। ਰਾਜੇਵਾਲ ਸਾਹਿਬ ਬਹੁਤ ਹੀ ਰਿਸਪੈਕਟਫੁਲ ਜਿਹੜੇ ਕਿਸਾਨ ਲੀਡਰ ਆ, ਮੇਰੇ ਖਿਆਲ ਸਾਰੇ ਹੀ ਕਿਸਾਨ ਲੀਡਰਾਂ ਤੋਂ ਸਭ ਤੋਂ ਵੱਧ ਜਿਹੜੇ ਲੰਬਾ ਸਮਾਂ ਉਹਨਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਉਹ ਜਿਹੜਾ ਹੈਗਾ ਬਤਾਇਆ ਹੈ। ਉਹਨਾਂ ਨੂੰ ਨਿਟੀਗ੍ਰਿਟੀਜ਼ ਦੀ ਜਿਹੜੀ, ਕਿਉਂਕਿ ਉਹ ਬਹੁਤ ਵੱਡੇ ਡੈਲੀਗੇਸ਼ਨ ਦੇ ਵਿੱਚ, ਬਹੁਤ ਵੱਡੀਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਵੀ ਕਿਸਾਨੀ ਨਾਲ ਸੰਬੰਧਿਤ ਹੁੰਦੀਆਂ ਰਹੀਆਂ ਉਹਦੇ ਵਿੱਚ ਉਹ ਜਾਂਦੇ ਰਹੇ ਆ। ਸੋ ਮੈਂ ਇਹ ਨਹੀਂ ਕਹਿੰਦਾ ਵੀ ਕਿਸਾਨ ਪੋਲੀਟੀਕਲ ਨਹੀਂ ਹੈ, ਕਿਸਾਨ ਸਾਰੇ ਪੋਲੀਟੀਕਲ ਹੈ। ਪਰ ਇਹ ਗੱਲ ਹੈਗੀ ਆ ਕਿ ਇਹ ਫੈਸਲਾ, ਇਹ ਪੈਂਤੜਾ ਜਿਹੜਾ ਕਿਸਾਨੀ ਖਾਸ ਕਰਕੇ ਜਿਹੜੀਆਂ ਜਥੇਬੰਦੀਆਂ, ਜੇ ਤਾਂ ਉਹ ਇਕੱਠੀਆਂ ਸਾਰੀਆਂ, ਜੇ ਉਹ ਸਾਰੀਆਂ ਇਕੱਠੀਆਂ ਤੁਰ ਕੇ ਹੰਬਲਾ ਮਾਰਦੀਆਂ ਹੈ, ਉਹਨਾਂ 'ਚ ਕੰਸੈਂਸਸ ਆਉਂਦਾ ਹੈ, ਤੇ ਫਿਰ ਤੇ ਮੈਨੂੰ ਲੱਗਦਾ ਹੈ ਵੀ ਉਹ ਉਹਨਾਂ ਦਾ ਫੈਸਲਾ ਹੈ ਕਿ ਉਹਨਾਂ ਨੇ ਜਿਹੜਾ ਇਹ ਇਲੈਕਸ਼ਨ ਦੇ ਵਿੱਚ ਆਉਣਾ ਹੈ ਜਾਂ ਸਰਕਾਰ ਬਣਾਉਣੀ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਇਸ ਤਰੀਕੇ ਨਾਲ ਸਰਕਾਰਾਂ ਬਣਾਉਣੀਆਂ ਜਾਂ ਇਲੈਕਸ਼ਨਾਂ ਲੜ ਕੇ ਜਿੱਤਣਾ, ਮੈਨੂੰ ਇਹ ਲੱਗਦਾ ਕਿ ਉਹ ਕਾਫੀ ਡਾਊਟਫੁਲ ਹੁੰਦਾ। ਸੰਘਰਸ਼ ਲੜਨਾ ਇੱਕ ਵੱਖਰੀ ਚੀਜ਼ ਹੈਗੀ ਆ। ਸਾਡੇ ਇਸ ਦੇਸ਼ ਦੇ ਇਤਿਹਾਸ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿੱਚ ਅਸੀਂ ਦੇਖਿਆ, ਖਾਸ ਕਰਕੇ ਇੰਡੀਪੈਂਡੈਂਸ ਤੋਂ ਬਾਅਦ ਬਹੁਤ ਵੱਡੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਰਹੀਆਂ, ਪਰ ਉਹ ਰਾਜਨੀਤਿਕ ਤੌਰ ਤੇ ਆਣ ਕੇ ਉਹਨੀ ਸਫਲਤਾ ਨਹੀਂ ਮਿਲੀ ਜਿੰਨੀ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਸੀ ਸਮਾਜ ਵਾਸਤੇ ਸੀ, ਲੋਕਾਂ ਵਾਸਤੇ ਸੀ, ਕਿਸਾਨੀ ਵਾਸਤੇ ਸੀਗਾ। ਇਹ ਠੀਕ ਹੈ ਕਿਉਂਕਿ ਏਜੰਡਾ ਬਣ ਗਿਆ। ਕਿਸਾਨਾਂ ਦੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਜਿਹੜੀ ਦੇਣ ਇਹ ਹੈਗੀ ਆ ਵੀ ਇਹਨਾਂ ਨੇ ਲੋਕਾਂ ਨੂੰ ਪੋਲੀਟੀਕਲ ਬਣਾ ਦਿੱਤਾ, ਇਹਨਾਂ ਨੇ ਲੋਕਾਂ ਨੂੰ ਰਾਜਨੀਤਿਕ ਤੌਰ ਤੇ ਜਾਗਰੂਕ ਕਰ ਦਿੱਤਾ, ਇਹਨਾਂ ਨੇ ਲੋਕਾਂ ਨੂੰ ਰਾਜਨੀਤਿਕ ਦੀ ਇਹਨਾਂ ਦੀ ਇੰਪਾਵਰਮੈਂਟ ਕਰ ਦਿੱਤੀ। ਇਹ ਐਮਐਲਏ ਨੂੰ, ਐਮਪੀਆਂ ਨੂੰ, ਮੰਤਰੀਆਂ ਨੂੰ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਤੋਂ ਕੀਤੇ ਕੰਮਾਂ ਦਾ ਹਿਸਾਬ ਮੰਗਣ ਡੈ ਪਏ। ਇਹ ਇਸ ਕਿਸਾਨ ਅੰਦੋਲਨ ਦੀ ਜਿਹੜੀ, ਹੋ ਸਕਦਾ ਕਿ ਜਿਹੜੀਆਂ ਯੂਨੀਵਰਸਿਟੀਆਂ ਸੀ, ਕਾਲਜਾਂ ਸੀ, ਜਾਂ ਭਾਸ਼ਣ ਦੇਣ ਵਾਲੇ ਲੋਕ ਜਿਹੜੇ ਹੋਰ ਸੀ ਸਾਡੇ ਵਰਗੇ, ਉਹ ਪਤਾ ਨਹੀਂ 100 ਸਾਲ ਇਹ ਕੰਮ ਨਾ ਕਰ ਸਕਦੇ ਹੁੰਦੇ ਜਿਹੜਾ ਕਿਸਾਨ ਅੰਦੋਲਨ ਨੇ ਪਿਛਲੇ 1 ਸਾਲ ਦੇ ਵਿੱਚ ਕਰਤਾ। ਇਹ ਠੀਕ ਗੱਲ ਹੈ ਕਿ ਜੇ ਲੋਕ ਸੋਚਦੇ ਆ, ਜੇ ਅਸੀਂ ਉਸ ਲੈਵਲ ਤੇ ਪਹੁੰਚ ਗਏ ਹਾਂ, ਮੇਰੇ ਖਿਆਲ ਉਹ ਜ਼ਿਆਦਾ ਸਿਆਣੇ ਆ ਕਿਉਂਕਿ ਜ਼ਿਆਦਾ ਲੋਕਾਂ 'ਚ ਵਿਚਰਦੇ ਆ। ਇਲੈਕਸ਼ਨ ਲੜਨ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰੀਆਂ, ਕਿਉਂਕਿ ਸਾਡਾ ਜਿਹੜਾ ਇਲੈਕਟੋਰਲ ਸਿਸਟਮ ਹੈ, ਇਲੈਕਟੋਰਲ ਨਿਜ਼ਾਮ ਹੈ, ਜਦੋਂ ਵੋਟ ਪਾਉਣ ਵਿਅਕਤੀ ਜਾਂਦਾ ਵਾ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਦੀ ਕੰਸੀਡਰੇਸ਼ਨ ਹੁੰਦੀ ਹੈ। ਅਜੇ ਵੀ ਸਾਡੇ ਜਾਤ ਪਾਤ ਦੀ ਗੱਲ ਵੀ ਹੁੰਦੀ ਆ, ਧਰਮ ਦੀ ਗੱਲ ਵੀ ਹੁੰਦੀ ਆ। ਕਿਸਾਨੀ ਦੇ ਵਿੱਚ ਵੀ ਬਹੁਤ ਸਾਰੇ ਫੈਕਸ਼ਨਸ ਹੈਗੇ ਆ, ਕਿਸਾਨੀ ਦੇ ਫਾਰ ਹੈ, ਅਗੇਂਸਟ ਹੈ, ਕਈ ਕਿਸਮ ਦੀਆਂ ਚੀਜ਼ਾਂ ਹੈਗੀਆਂ। ਤੇ ਮੇਰਾ ਤੇ ਪਰਸਨਲੀ ਇਹ ਹੈਗਾ ਵੀ ਜੇ ਉਹ ਕਹਿ ਰਹੇ ਆ, ਠੀਕ, ਉਹ ਕਹਿ ਰਹੇ ਵੀ ਅਸੀਂ ਆਲਟਰਨੇਟਿਵ ਦੇ ਸਕਦੇ ਹਾਂ। ਮੈਨੂੰ ਲੱਗਦਾ ਕਿ ਇਹਦਾ ਜਿਹੜਾ ਮੇਰਾ ਪਰਸਨਲ ਖਿਆਲ ਹੈ ਕਿ ਇਹਦੇ ਨਾਲ ਜਿਹੜੀਆਂ ਰਾਜਨੀਤਿਕ ਧਿਰਾਂ ਹੈਗੀਆਂ, ਇਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ। ਤੇ ਮੁੱਖ ਮਕਸਦ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਕਿਸਾਨ ਜਥੇਬੰਦੀਆਂ ਦਾ ਹੈ ਕਿ ਜਿਹੜੀ ਵੀ ਇਲੈਕਸ਼ਨ ਹੋਵੇ, ਜਿਹੜੀਆਂ ਵੀ ਪਾਰਟੀਆਂ ਲੜੀਆਂ, ਜੀ ਆਪ ਨਹੀਂ ਲੜਦੇ ਤੇ ਕਿਸਾਨੀ ਨੂੰ ਉਹਦੇ ਸੈਂਟਰ ਦੇ ਵਿੱਚ ਰੱਖਿਆ ਜਾਵੇ, ਕਿਸਾਨੀ ਮਸਲਿਆਂ ਨੂੰ ਉਹਦੇ ਸੈਂਟਰ ਵਿੱਚ ਰੱਖਿਆ ਜਾਵੇ। ਕਿਸਾਨੀ ਸਿਰਫ ਉਹ ਨਹੀਂ ਹੈ ਕਿ ਜਿਹੜੇ ਖੇਤੀ ਕਰਦੇ ਆ, ਕਿਸਾਨੀ ਜਿਹੜੀ ਹੈਗੀ ਆ, ਜੇ ਉਹ ਵੀ ਖੇਤੀ ਦੇ ਉੱਤੇ ਡਿਪੈਂਡੈਂਟ ਹੈ, ਉਹ ਸਾਡਾ ਪਿੰਡ ਹੋ ਸਕਦਾ, ਛੋਟੇ ਜਿਹੜੇ ਦੁਕਾਨਦਾਰ ਹੋ ਸਕਦੇ, ਸਾਰੇ ਜਿਹੜੇ ਲੋਕ ਆ ਕਿਸਾਨੀ ਦੇ ਉੱਤੇ, ਜਿਹੜੇ ਜਿਹਨਾਂ ਦਾ ਰੋਟੀ ਪਾਣੀ ਹੈ, ਬਿਜ਼ਨਸ ਹੈ, ਜਾਂ ਜਿਹੜਾ ਜੋ ਵੀ ਟਰਾਂਸਪੋਰਟ ਹੈ, ਸਾਰਾ ਉਹਦੇ ਉੱਤੇ ਡਿਪੈਂਡੈਂਟ ਆ। ਤੇ ਮੈਨੂੰ ਲੱਗਦਾ ਵੀ ਇਸ ਪ੍ਰੈਸ਼ਰ ਦੇ ਨਾਲ, ਕਿਉਂਕਿ ਜਿਹੜੇ ਪੋਲੀਟੀਕਲ ਪਾਰਟੀਆਂ ਹੁੰਦੀਆਂ, ਜਿਹਨਾਂ ਦੇ ਲੀਡਰ ਹੁੰਦੇ ਆ, ਇਹ ਜਿਹੜੇ ਇਹਨਾਂ ਨੂੰ ਕਹਿ ਦਈਏ ਕਿ ਬਹੁਤ ਹੀ ਇਹ ਸਾਡੇ ਤੋਂ ਹੋਰ ਇੱਕ ਪੀੜ੍ਹੀ ਗਾਂਹ ਸੋਚਦੇ ਆ। ਇਹ ਇਹਨਾਂ ਨੂੰ ਪਤਾ ਹੁੰਦਾ ਵੀ ਲੋਕ ਕਿੱਦਾਂ, ਇਹ ਲੋਕਾਂ ਦੀ ਨਬਜ਼ ਨੂੰ ਟਟੋਲ ਕੇ ਫਿਰ ਉਹਨਾਂ ਵਰਗੀ ਗੱਲ ਕਰਦੇ ਆ। ਜੇ ਲੋਕ ਇੱਦਾਂ ਦੇ ਸਵਾਲ ਖੜੇ ਕਰਦੇ ਆ ਤੇ ਇਹਨਾਂ ਦੀ ਜ਼ਿਹਨ ਦੇ ਵਿੱਚ, ਕਿਉਂਕਿ ਇਹਨਾਂ ਦਾ ਕੰਮ ਤਾਂ ਤਾਕਤ ਲੈਣੀ ਹੈ, ਤੇ ਜੇ ਲੋਕੀ ਇਹਨਾਂ ਗਾੜੀ ਮੁੱਦੇ ਰੱਖਦੇ ਆ, ਏਜੰਡੇ ਰੱਖਦੇ ਆ ਕਿ ਆਹ ਸਾਡੇ ਮੁੱਦੇ ਆ, ਆਹ ਸਾਡੇ ਏਜੰਡੇ ਆ, ਤੇ ਉਹਦੇ ਨਾਲ ਜਿਹੜੀ ਖਾਸ ਕਰਕੇ ਜਿਹੜੀ ਕਿਸਾਨੀ ਹੈ, ਕਿਸਾਨੀ ਦੇ ਮਸਲੇ ਹੈ, ਜਾਂ ਕਿਸਾਨੀ ਨਾਲ ਰਿਲੇਟਡ ਹੋਰ ਸਾਰੀਆਂ ਜੋ ਵੀ ਲੋਕ ਜੁੜੇ ਆ, ਉਹ ਜੇ ਸੈਂਟਰ ਬਣਦਾ ਹੈ ਪੰਜਾਬ ਦੀ ਰਾਜਨੀਤੀ ਦਾ, ਤੇ ਮੇਰੇ ਖਿਆਲ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਆ ਕਿਸਾਨੀ ਦੀ ਦੇਣ ਹੋਊਗੀ। ਹਾਂ, ਉਹ ਬਾਕੀ ਤਾਂ ਉਹਨਾਂ ਦੀ ਆਪਣੀ ਚੋਇਸ ਹੈ, ਪਰ ਮੈਨੂੰ ਇਹ ਲੱਗਦਾ ਹੈ ਜੇ ਵੀ
ਕਿ ਜਿੰਨਾ ਇਹ ਕਹਿ ਦੇਣੀ ਗੱਲ ਹੈਗੀ ਆ, ਇਹ ਕਹਿਣੀ ਤਾਂ ਬਹੁਤ ਸੌਖੀ ਹੁੰਦੀ ਆ, ਪਰ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਣਾ ਜਾਂ ਜਿਸ ਮਕਸਦ ਵਾਸਤੇ ਇਹ ਆਪਾਂ ਇਹ ਸਾਰਾ ਵਿਚਾਰ ਕਰਦੇ ਆ, ਉਸ ਮਕਸਦ ਤੱਕ ਪਹੁੰਚਣ ਵਾਸਤੇ ਉਹਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਜਿਹੜੀਆਂ ਹੁੰਦੀਆਂ ਵਾ। ਤੋ ਇਸ ਕਰਕੇ ਠੀਕ ਹੈ, ਚੰਗੀ ਗੱਲ ਆ ਜੇ ਉਹਨਾਂ ਨੂੰ ਕਹਿੰਦੀ ਹੈ, ਕਿਉਂਕਿ ਉਹ ਇਮੇਜ ਦਿੰਦੇ ਆ ਕਿ ਇਹ ਫਾਈਟਰ ਹੈਗੇ ਆ, ਇਹ ਸਧਾਰਨ ਹੈ। ਇਸ ਵੇਲੇ ਰਾਜਨੀਤੀਵਾਨ ਜਿਹੜੇ ਹੈਗੇ ਜਾਂ ਮੌਜੂਦਾ ਜਿਹੜੇ ਪੋਲੀਟੀਕਲ ਲੀਡਰਸ ਆ, ਇਸ ਲੋਕਾਂ ਦੇ ਸਭ ਤੋਂ ਵੱਧ ਨਫ਼ਰਤ ਦੇ ਪਾਤਰ ਵਾ। ਇਹ ਨਹੀਂ ਕਿ ਸਾਰੇ ਰਾਜਨੀਤੀਵਾਨ ਮਾੜੇ ਆ, ਉਹਨਾਂ 'ਚੋਂ ਕੁਝ ਚੰਗੇ ਵੀ ਹੈਗੇ ਆ, ਕਈ ਬਹੁਤ ਚੰਗੇ ਵੀ ਹੈਗੇ ਆ, ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਇਹਨਾਂ ਦੀ ਕੋਈ ਬਹੁਤ ਜ਼ਿਆਦਾ ਇੱਜ਼ਤ ਨਹੀਂ ਹੈ। ਜ਼ਿਆਦਾ ਆਪਾਂ ਕਹਿ ਦਈਏ ਵੀ ਲੋਕੀ ਇਹਨਾਂ ਨੂੰ ਨਫ਼ਰਤ ਕਰਦੇ ਆ। ਤੇ ਦੂਸਰੇ ਪਾਸੇ ਜਦੋਂ ਇਸ ਕਿਸਮ ਦੇ ਬੰਦੇ ਕਹਿੰਦੇ ਆ ਵੀ ਇਹ ਰਾਜੇਵਾਲ ਸਾਹਿਬ ਆ ਸਕਦੇ ਆ, ਜਾਂ ਹੋਰ ਕਾਦੀਆਂ ਸਾਹਿਬ ਆ ਸਕਦੇ ਆ, ਜਾਂ ਉਗਰਾਹਾਂ ਸਾਹਿਬ ਆ ਸਕਦੇ ਆ, ਤੇ ਲੋਕਾਂ ਨੇ ਮਨ 'ਚ ਇਹ ਸਮਝ ਆਉਂਦੀ ਵੀ ਯਾਰ ਇਹ ਲੋਕ ਸਾਫ਼ ਸੁਥਰੇ ਆ, ਇਹ ਲੋਕਾਂ ਲਈ ਲੜਨ ਵਾਲੇ ਹੈ, ਇਹ ਲੋਕਾਂ ਦੀ ਆਵਾਜ਼ ਜਿਹੜੀ ਆ ਉਠਾਉਂਦੇ ਆ। ਤੇ ਜੇ ਸਾਨੂੰ ਇੱਦਾਂ ਦੀ ਰਾਜਨੀਤੀ ਮਿਲ ਜਾਵੇ ਤੇ ਫਿਰ ਲੋਕੀ ਚਾਹੁੰਦੇ ਆ ਵੀ ਸਾਡੇ ਕਾਫੀ ਮਸਲੇ ਜਿਹੜੇ ਆ ਉਹ ਹੱਲ ਹੋ ਸਕਦੇ ਆ, ਜਾਂ ਉਹ ਆਪਣੇ ਆਪ ਨੂੰ ਜਿਹੜਾ ਰਾਜਨੀਤੀ ਤੋਂ ਆਪਾਂ ਦੂਰ ਜਾ ਰਹੇ ਆ। ਤੇ ਇਹ ਖੇਡ ਜਿਹੜੀ ਹੈਗੀ ਆ, ਪੈਸੇ ਦੀ ਖੇਡ ਹੈਗੀ ਆ, ਇਹ ਖੇਡ ਵੱਡਿਆਂ ਲੋਕਾਂ ਦੀ ਖੇਡ ਹੈਗੀ ਆ, ਜਾਂ ਇਹ ਖੇਡ ਜਿਹੜੀ ਹੈਗੀ ਆ, ਇਹ ਵੀ ਕਹਿ ਦਿੰਦੇ ਆ ਵੀ ਬਦਮਾਸ਼ੀ ਵੀ ਹੈਗੀ, ਮਸਲ ਪਾਵਰ ਵੀ ਹੈਗੀ ਆ, ਬੜਾ ਕੁਛ ਇਹਦੇ ਵਿੱਚ ਹੈਗਾ ਵਾ। ਤੇ ਉਹ ਫਿਰ ਇਹ ਸੋਚ ਸਕਦੇ ਆ ਵੀ ਇਹ ਲੋਕ ਜੇ ਵਿੱਚ ਆਉਂਦੇ ਆ ਤੇ ਜਿਹੜੀ ਇਹ ਖੇਡ ਹੈਗੀ ਆ, ਕਿਉਂਕਿ ਜ਼ੀਰੋ ਸਮ ਗੇਮ ਆ, ਇੱਕ ਪਾਸੇ ਚੰਗੇ ਲੋਕ ਵਾ, ਇੱਕ ਪਾਸੇ ਮਾੜੇ ਲੋਕ ਹੈਗੇ ਆ। ਜੇ ਚੰਗੇ ਗੇਨ ਕਰੀ ਜਾਣਗੇ ਤੇ ਮਾੜੇ ਪਿਛਾਂ ਹਟੀ ਜਾਣਗੇ, ਤੇ ਜੇ ਚੰਗੇ ਲੋਕ ਹੀ ਪਿਛਾਂ ਹਟ ਗਏ ਤੇ ਫਿਰ ਮੈਦਾਨ ਉਹਨਾਂ ਲਈ ਖੁੱਲ੍ਹੀ ਛੱਡ ਦੇਵਾਂਗੇ, ਸਾਰਾ ਕੁਝ ਉਹਨਾਂ ਵਾਸਤੇ ਹੋਊਗਾ। ਤਾਂ ਮੇਰਾ ਖਿਆਲ ਆ ਕਿ ਜੇ ਇਸ ਕਿਸਮ ਦੇ ਇਮੇਜਸ ਆਉਂਦੇ ਆ ਜਾਂ ਦਿੱਤੇ ਜਾਂਦੇ ਆ ਜਾਂ ਇਹ ਭੁਲੇਖੇ ਪਾਏ ਜਾਂਦੇ ਆ, ਪਰ ਮੈਨੂੰ ਪਰਸਨਲੀ ਤੌਰ 'ਤੇ ਲੱਗਦਾ ਹੈ ਕਿ ਸ਼ਾਇਦ ਉਹ ਜਿੱਦਾਂ ਆਮ ਅਖਬਾਰਾਂ ਵਾਲੇ ਪਾਉਂਦੇ ਆ ਵੀ ਉਹ ਖੁੱਲ੍ਹ ਕੇ ਮੈਦਾਨ ਦੇ ਵਿੱਚ ਜਿਹੜਾ ਹੈਗਾ ਵਾ ਉਹ ਚੋਣਾਂ ਦੇ ਵਿੱਚ ਪਾਰਟੀ ਬਣਾ ਕੇ ਆ ਜਾਣ। ਇਹ ਗੱਲ ਅਜੇ ਕਹਿਣੀ ਕੁਛ ਇਸ ਸਮੇਂ ਤੇ ਥੋੜੀ ਜਿਹੀ ਇਮੈਚੁਰ ਹੈਗੀ ਆ। ਬਿਲਕੁਲ ਬਿਲਕੁਲ। ਮੇਰਾ ਆਖਰੀ ਸਵਾਲ ਹੈ ਜਗਰੂਪ ਸਿੰਘ ਜੀ ਕਿ ਇੱਕ ਤਾਂ MSP ਸੌਖਾ ਨਹੀਂ ਲੱਗਦਾ, ਦੂਜਾ ਪਰਾਲੀ ਤੇ ਤੀਜਾ ਬਿਜਲੀ ਐਕਟ, ਹੋਰ ਵੀ ਕਿਸਾਨਾਂ ਦੀਆਂ ਵਿੱਚ ਮੰਗਾਂ ਨੇ ਜਿਹੜੀਆਂ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲੈਟਰ ਲਿਖਿਆ ਸੀਗਾ। ਪਰ ਜੇਕਰ ਕਿਸਾਨ ਕਹਿੰਦੇ ਇੱਥੇ ਇਹ ਸਾਰਾ ਕੁਝ ਛੱਡ ਕੇ ਇੱਕ ਭਰੋਸੇਯੋਗਤਾ ਲੈ ਕੇ ਆ ਜਾਣਗੇ ਕਿ ਜੀ ਕਮੇਟੀ ਬਣਾ ਦਿੰਨੇ ਆ, ਇਹਦੇ ਉੱਤੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਫਿਰ ਤਾਂ ਗੱਲ ਉੱਥੇ ਹੀ ਆ ਗਈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਕਮੇਟੀ ਬਣਾਈ ਸੀ ਮਾਣਯੋਗ ਸੁਪਰੀਮ ਕੋਰਟ ਨੇ ਤੇ ਉਹਨੂੰ ਵੀ ਕਿਸਾਨਾਂ ਨੇ ਨਹੀਂ ਮੰਨਿਆ, ਖੇਤੀ ਕਾਨੂੰਨ ਰੱਦ ਕਰਾ ਕੇ ਹੀ ਮੰਨੇ। ਤੇ ਹੁਣ ਕੀ MSP ਦਾ ਕਾਨੂੰਨ ਲਾਗੂ ਕਰਵਾ ਕੇ ਹੀ ਮੰਨਣਾ ਚਾਹੀਦਾ, ਲੀਗਲ ਮਤਲਬ ਕਿ ਉਹਨੂੰ ਗਰੰਟੀ ਲੈ ਕੇ ਹੀ ਮੰਨਣਾ ਚਾਹੀਦਾ ਹੈ, ਜਾਂ ਫਿਰ ਇਸ ਤਰ੍ਹਾਂ ਇੱਕ ਕਮੇਟੀ ਜਿਵੇਂ ਵਿੱਚ ਵਿਚਾਲੇ ਦਾ ਰਾਹ ਕਿ ਚਲੋ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਨਾ ਹੋ ਜਾਏ, ਕਿਉਂਕਿ ਸਰਕਾਰ ਨੇ ਫੇਰ ਨਹੀਂ ਮੰਨਣੀ, ਫਿਰ ਕਦੋਂ ਤੱਕ ਅਸੀਂ ਵਾਰ-ਵਾਰ ਏਦਾਂ ਅੰਦੋਲਨ ਲੈ ਲੈ ਕੇ ਦਿੱਲੀ, ਉਹਨਾਂ ਨੇ ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਚੋਂ ਨਿਕਲਣ ਦੇਣ ਅਗਲੀ ਵਾਰ। ਅਸਲ 'ਚ ਨਾ ਜਿਹੜਾ ਪੁਰਾਣੀ ਜਿਹੜੀ ਹੈਗੀ ਆ, ਮੇਰੇ ਖਿਆਲ ਉੱਥੋਂ ਦੇ ਸੀਗੇ ਸ਼ਾਇਦ ਜੋਸ਼ੀ ਸਾਹਿਬ ਸੀਗੇ, ਜਿਨ੍ਹਾਂ ਨੇ ਇਹ ਕੋਇਨ ਕੀਤਾ ਸੀ ਵੀ ਇੱਕ ਇੰਡੀਆ ਇੱਕ ਭਾਰਤ ਵਾ। ਜਿਹੜਾ ਇੰਡੀਆ ਉਹ ਸੀ ਜਿਹੜਾ ਕਿ ਸਮਝ ਵਾਜਪਾਈ ਸਾਹਿਬ ਨੇ ਕਿਹਾ ਸੀ ਵੀ ਇੰਡੀਆ ਸ਼ਾਈਨ ਕਰ ਰਿਹਾ ਹੈ। ਇੰਡੀਆ ਦਾ ਮਤਲਬ ਹੈ ਸਾਧਨ ਸੰਪੰਨ ਲੋਕ ਸ਼ਹਿਰਾਂ 'ਚ ਰਹਿਣ ਰਹੇ। ਪਿਛਲੇ ਲੰਮੇ ਸਮੇਂ ਦੇ ਸਾਰੇ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਲੋਕਾਂ ਦੀ, ਪਿੰਡ ਦੇ ਲੋਕਾਂ ਪ੍ਰਤੀ ਨਫ਼ਰਤ ਬਹੁਤ ਵਧੀ। ਨਫ਼ਰਤ ਕਈ ਕਿਸਮ ਦੇ ਵੀ ਅਨਕਲਚਰਡ ਹੈਗੇ ਆ, ਇਹ ਹੈ ਅਨਸਿਲਵ, ਬਹੁਤ ਸਾਰੀ ਇਸ ਕਿਸਮ ਦੀ ਜਿਹੜੀ ਉਹ ਸਮੱਸਿਆ ਸੀ। ਇਸੇ ਚੱਕਰ ਦੇ ਵਿੱਚ ਹੀ, ਕਿਉਂਕਿ ਏਜੰਡਾ ਜਿਹੜਾ ਹੁੰਦਾ ਉਹ ਪ੍ਰਾਪੇਗੰਡਾ ਦਾ ਹੈ। ਤੁਸੀਂ ਦੇਖਿਆ ਕਿ ਪਰਾਲੀ ਦੇ ਮਾਮਲੇ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਕਿੰਨੇ ਭਰਮ ਭੁਲੇਖੇ ਖੜੇ ਕੀਤੇ ਸੀਗੇ, ਕਿੰਨਾ ਰੌਲਾ ਸੀਗਾ, ਜਿਹਦੇ ਨਾਲ ਤੁਸੀਂ ਗੱਲ ਕਰ ਲਓ, ਆਪਣੇ ਸ਼ਹਿਰ 'ਚ ਵੀ ਗੱਲ ਕਰ ਲਓ, ਯਾਰ ਪਰਾਲੀ ਦਾ ਸਾਰਾ ਧੂੰਆਂ ਇੱਦਾਂ ਕਰਨ ਡਿਆ, ਪਰ ਅਲਟੀਮੇਟਲੀ ਨਿਕਲਿਆ ਕੀ, ਜਦੋਂ ਵੀ ਸਾਇੰਟੀਫਿਕ ਸਟੱਡੀ ਹੋਈ ਆ ਤੇ ਪਰਾਲੀ ਇੱਕ ਬਹੁਤ ਇਨਸਿਗਨੀਫੀਕੈਂਟ, ਬਹੁਤ ਛੋਟਾ ਜਿਹਾ ਹਿੱਸਾ ਸਾਰੇ ਪੋਲਿਊਸ਼ਨ ਨੂੰ ਜਿਹੜਾ ਕਰਨ ਵਾਸਤੇ। ਸਰਕਾਰ ਪਹਿਲੋਂ ਮੰਨਦੀ ਸੀ ਕਰੋੜ ਰੁਪਈਆ ਜਿਹੜਾ ਫਾਈਨ ਪਾਉਂਦਾ, ਮੈਨੂੰ ਪਤਾ ਕਿ ਯੂਪੀ ਦੇ ਵਿੱਚ ਅਜੇ ਵੀ 2500 ਰੁਪਈਆ ਜਿਨ੍ਹਾਂ ਲੋਕਾਂ ਨੇ ਖੇਤਾਂ ਨੂੰ ਅੱਗ ਲਾਈ ਆ, ਉਸ ਗੂਗਲ ਥਰੂ ਮੈਪ ਕਰ ਲੈਂਦੇ ਆ, ਉੱਥੇ ਪਟਵਾਰੀ ਆ ਜਾਂਦਾ ਵਾ, 2 ਸਿਪਾਹੀ ਆ ਜਾਂਦੇ ਆ, ਤੇ ਕੇਸ ਦਰਜ ਲੋਕਾਂ ਨੂੰ ਆਪਸ਼ਨ ਦਿੰਦੇ ਆ ਕੇਸ ਦਰਜ ਕਰਨਾ ਕਿ ਫਾਈਨ ਦੇਣਾ, ਤਾਂ 2500 ਰੁਪਈਆ ਫਾਈਨ ਕਿੱਲੇ ਦਾ ਪਾ ਦਿੰਦੇ ਆ, ਔਰ ਫਾਈਨ ਲਏ ਆ। ਪਰ ਇਹਦੇ ਨਾਲ ਤੁਸੀਂ ਦੇਖੋ ਵੀ ਜਿੰਨਾ ਡੀਜ਼ਲ ਮਹਿੰਗਾ ਹੋਇਆ ਸੀ, ਜੇ ਤੁਸੀਂ ਖੇਤੀ ਕਰਦੇ ਹੋ, ਜੇ ਪਰਾਲੀ ਨੂੰ ਵਾਹੁਣ ਲੱਗਦੇ ਜੋ, ਜੇ 2 ਵਾਰੀ ਵੀ ਤਵੀਆਂ ਨਾਲ ਹੋਰ ਵਾਹੁਣਾ ਪਵੇ ਤੇ ਕਿੰਨਾ ਤੇਲ ਉਹਦੇ ਵਿੱਚ ਲੱਗ ਜਾਂਦਾ। ਪਰ ਇੱਕ ਰੱਟਾ ਲਾਇਆ ਸੀਗਾ ਤੋਤੇ ਵਾਂਗੂ ਵੀ ਇਹ ਪਰਾਲੀ ਕਰਕੇ ਸਾਰਾ ਕੁਝ ਹੁੰਦਾ, ਪਰਾਲੀ ਕਰਕੇ ਸਰਕਾਰ ਨੇ ਕਾਨੂੰਨ ਵੀ ਬਣਾ ਲਿਆ। ਅਸਲ 'ਚ ਇਹ ਵੀ ਸਰਕਾਰ ਜ਼ਿਆਦਾ ਜਿਹੜੀ ਮਿੱਥ ਤੇ ਚੱਲਦੀ ਹੈ, ਸਾਇੰਸ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਹੈ, ਇਹਨੂੰ ਸਾਇੰਟੀਫਿਕ ਨਾ ਤਾਂ ਇਹਦਾ ਟੈਂਪਰਾਮੈਂਟ ਆ, ਨਾ ਸਾਇੰਸ ਦੇ ਵਿੱਚ ਯਕੀਨ ਹੀ ਰੱਖਦੀ ਆ। ਇਹ ਸਾਰੀਆਂ ਜਿਹੜੀਆਂ ਪੁਰਾਣੀਆਂ ਜਿਹੜੀਆਂ ਕਈਆਂ ਕਹਾਈਆਂ ਗੱਲਾਂ ਵਾ,
ਉਹਦੇ ਉੱਤੇ ਜ਼ਿਆਦਾ ਯਕੀਨ ਕਰਕੇ ਕਾਨੂੰਨ ਬਣਾਉਣਾ ਪਾਸਾ ਤੁਰ ਪਿਆ। 1 ਕਰੋੜ ਦਾ ਫਾਈਨ ਰੱਖ ਲਿਆ, ਉਹਦੇ ਵਿੱਚੋਂ ਤੇ ਨਿਕਲਿਆ ਕੀ, ਖੋਦਾ ਪਹਾੜ ਤੇ ਨਿਕਲੀ ਚੋਈ ਆ। ਉਹ ਤੇ ਇਹਨਾਂ ਨੂੰ ਬੈਕ ਟਰੈਕ ਹੋਣਾ ਪਿਆ। ਸੁਪਰੀਮ ਕੋਰਟ ਨੇ ਇਹਨਾਂ ਦੀ ਬਹੁਤ ਤਬੀਅਤ ਸਾਫ਼ ਕਰਤੀ ਸੀ ਉਸ ਤੋਂ। ਦੂਸਰਾ ਹੈਗਾ ਇਲੈਕਟ੍ਰਿਸਿਟੀ ਬਿੱਲ 2021 ਜਿਹੜਾ ਦਾ ਪ੍ਰਪੋਜ਼ ਹੈਗਾ। ਉਹ ਤਾਂ ਦੇਖੋ ਜੀ, ਉਹ ਜੇ ਬਿੱਲ ਲਾਗੂ ਹੁੰਦਾ ਵਾ ਤੇ ਉਹਦੇ ਨਾਲ ਪਹਿਲਾਂ ਹੀ ਤੁਸੀਂ ਦੇਖੋ ਕਿ ਕਿਤੇ ਵੀ ਦੇਖ ਲਓ, ਜੇ ਚੰਨੀ ਸਾਹਿਬ ਨੇ ਇੱਥੇ ਬਿੱਲ ਮਾਫ ਕੀਤੇ ਤੇ 2 ਕਿਲੋਵਾਟ ਕਿੰਨਾ ਬਕਾਇਆ ਪਿਆ ਹੋਊਗਾ। ਤੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਕਿੰਨੀ ਹੈ। 80 ਕਰੋੜ ਨੂੰ ਤੁਸੀਂ 5 ਕਿਲੋ ਰਾਸ਼ਨ ਦੇਣ ਦਾ ਜੋ, ਫਿਰ ਤੁਸੀਂ ਕਹਿੰਦੇ ਹੋ ਬਿਜਲੀ ਲਾਓ, ਤੇ ਬਿਜਲੀ ਦਾ ਬਿੱਲ ਕਿੱਥੋਂ ਦੇਣਗੇ? ਤੇ ਬਿੱਲ ਨਹੀਂ ਦਿੰਦੇ ਤੇ ਉਹ ਚੋਰੀ, ਮੈਂ ਇਹਨਾਂ ਮਾੜੀ ਚੀਜ਼ ਹੈਗੀ ਆ। ਚੋਰੀ ਗਰੀਬ ਬੰਦਾ ਉਦੋਂ ਕਰਦਾ ਹੈ ਜਦੋਂ ਉਹਦਾ ਕਿਸੇ ਪਾਸੇ ਵੱਲ ਵਾਹ ਨਹੀਂ ਜਾਂਦਾ, ਤੇ ਉਹਦੇ ਵਿੱਚ ਇੰਨੀ ਹੈਵੀ ਪਨਿਸ਼ਮੈਂਟ, ਜਾਂ ਖਾਸ ਕਰਕੇ ਜਿਹੜੀ ਇਲੈਕਟ੍ਰਿਸਿਟੀ ਦੀ ਜਿਹੜੀ ਸਬਸਿਡੀ ਮਿਲਦੀ ਆ ਉਹਦੀ ਵਿਡਰੋਲ ਦੀ ਗੱਲ ਕਰਦੇ ਆ। ਉਹ ਕਿਉਂਕਿ ਉਹ ਸਰਕਾਰ ਨੂੰ ਪਹੁੰਚ ਗਿਆ ਸੀ, ਡਰਾਫਟ ਦੇ ਵਿੱਚ ਸੀਗਾ, ਪਹਿਲਾਂ ਹੀ ਮੰਨੀ ਫਿਰਦੇ ਸੀ ਉਹਦੇ ਵਿੱਚੋਂ ਕਰਕੇ ਕਿ ਅਸੀਂ ਜਿਹੜਾ ਹੈਗਾ ਇਹਨੂੰ ਉਹਦੇ ਵਿੱਚੋਂ ਮੰਨ ਲਵਾਂਗੇ। ਇਹਦੇ ਨਾਲ ਜਿਹੜੀ ਤੁਸੀਂ ਇੱਕ ਗੱਲ ਕੀਤੀ ਸੀਗੀ ਆਪਣੇ ਇਹਦੀ, ਤੀਸਰੀ ਗੱਲ ਕਿਹੜੀ ਸੀ ਤੁਹਾਡੀ? MSP ਨੂੰ ਲੈ ਕੇ ਵੀ ਗੱਲ ਕੀਤੀ। MSP ਇਸ਼ੂ ਆ, MSP ਇਸ਼ੂ ਆ। ਤੁਸੀਂ ਅਜੇ ਵੀ ਜਾ ਕੇ ਦੇਖ ਲਓ, ਪੰਜਾਬ ਦੇ ਵਿੱਚ ਵੀ ਸਾਰਾ ਝੋਨਾ MSP ਤੇ ਨਹੀਂ ਮਿਲਦਾ। ਮੇ ਵੀ ਝੋਨੇ ਦੀ ਕੁਆਲਿਟੀ ਮਾੜੀ ਹੋਵੇ, ਕਿਸੇ ਪ੍ਰਾਈਵੇਟ ਕਿਸਾਨ ਨੂੰ ਜਾ ਕੇ ਪੁੱਛ ਲਓ। ਇਹ ਜ਼ਰੂਰ ਹੈਗਾ ਕਿ ਸਾਡੀਆਂ ਮੰਡੀ ਸਿਸਟਮ ਸਰਕਾਰਾਂ ਨੇ ਪਿਛਲੇ ਸਮੇਂ 'ਚ ਡਿਵੈਲਪ ਨਹੀਂ ਕੀਤਾ। ਅਜੇ ਵੀ ਮੰਡੀਆਂ ਜਿਹੜੀਆਂ ਵਾ ਉਹਦੇ ਤੋਂ ਉਹਨੂੰ ਕਵਰ ਨਹੀਂ ਕੀਤਾ ਗਿਆ। ਬਹੁਤ ਸਾਰਾ ਝੋਨਾ ਖਰਾਬ ਹੁੰਦਾ। ਮੰਡੀ ਬੋਰਡ ਨੂੰ ਇੱਕ ਜਿਹੜਾ ਹੁੰਦਾ ਨਾ, ਕਿਹੜਾ ਹੁੰਦਾ ਸਿੱਖ, ਜਿਹੜਾ ਮੈਨੂੰ ਇਹਨੂੰ ਹਮੇਸ਼ਾ ਨਿਚੋੜਨ ਦੀ ਕੋਸ਼ਿਸ਼ ਕੀਤੀ। ਮੰਡੀ ਬੋਰਡ ਦੇ ਵਿੱਚ ਕਰਪਸ਼ਨ ਹੈਗੀ ਆ, ਮੰਡੀ ਦੇ ਵਿੱਚ ਕਰਪਸ਼ਨ ਹੈਗੀ ਆ, ਔਰ ਇਸੇ ਕਰਕੇ ਜਿਹੜਾ ਸਾਰਾ ਇਹ ਤਾਮਝਾਮ ਚੱਲਦਾ, ਉੱਥੇ ਕੋਈ ਚੋਰੀ ਵੀ ਹੈਗੀ ਆ, ਕਰਪਸ਼ਨ ਵੀ ਹੈਗੀ ਆ, ਸਾਰਾ ਕੁਝ ਹੈਗਾ। ਇਹ ਗੱਲ ਨੂੰ ਕੋਈ ਸਰਕਾਰ, ਭਾਵੇਂ ਉਹ ਪਹਿਲੀਆਂ ਸਰਕਾਰਾਂ ਸੀ, ਹੋਣ ਵਾਲੀਆਂ ਜਿਹੜੀਆਂ, ਇਹ ਕੋਈ ਡਿਨਾਈ ਨਹੀਂ ਕਰ ਸਕਦੀਆਂ ਉਹਦੇ ਵਿੱਚ ਹੈਗੀ ਇਹ। ਇਸੇ ਕਰਕੇ ਤੁਸੀਂ ਮੰਡੀਆਂ ਦੇ ਵਿੱਚ ਵੇਖੋ, ਖੁੱਲੀਆਂ ਮੰਡੀਆਂ ਪਈਆਂ, ਕੱਚੇ ਫੜ ਪਏ, ਉਹਦੇ ਵਿੱਚੋਂ ਕੋਈ ਉੱਥੇ ਤੇ ਸ਼ੈੱਡ ਨਹੀਂ ਹੈਗਾ। ਉਨੀ ਫਸਲ ਸ਼ਾਇਦ ਖੇਤ 'ਚ ਖਰਾਬ ਨਹੀਂ ਹੁੰਦੀ ਹੋਣੀ ਜਿੰਨੀ ਮੰਡੀ 'ਚ ਜਾ ਕੇ ਖਰਾਬ ਹੁੰਦੀ ਆ। ਤੋ ਇਸ ਕਰਕੇ MSP ਤਾਂ ਇੱਥੇ ਵੀ ਕਹੀ ਜਾਂਦੇ ਮਿਲਦੀ ਆ, ਜੇ ਮਿਲਦੀ ਹੋਊਗੀ ਕਿਸਾਨ ਦੇ ਖਾਤੇ 'ਚ, ਹੁਣ ਠੀਕ ਆ ਪੈਸੇ ਜਾਣ ਡੈ ਪਏ, ਪਰ ਉਹਦਾ ਵੀ ਤਰੀਕਾ ਲੱਭ ਲਿਆ। ਆੜ੍ਹਤੀਆਂ ਦੇ ਥਰੂ ਜਿਹੜੇ ਹੁੰਦੇ ਆ, ਕਿਸਾਨ ਨੂੰ ਕਹਿੰਦੇ ਹਾਂ ਤੈਨੂੰ ਤੇ ਇੰਨੇ ਮਿਲਣੇ, ਬਾਕੀ ਖਰਚਾ ਹੈਗਾ ਕਿ ਇਹਨੂੰ 1700 ਮਿਲ ਡਿਆ, ਕਿ ਇਹਨੂੰ 1800 ਮਿਲ ਡਿਆ, ਕੋਈ ਮੋਇਸਚਰ ਕਰਨ ਡਿਆ, ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ ਉਹਦੇ ਵਿੱਚੋਂ। ਪਰ ਇਹਦੇ ਨਾਲ ਜਿਹੜੀ ਮਾੜਾ ਹਾਲਤ ਵਾ, ਖਾਸ ਕਰਕੇ ਹੋਰ ਸੂਬਿਆਂ ਦੇ ਵਿੱਚ, ਕਿਉਂਕਿ ਪੰਜਾਬ ਤੇ ਹਰਿਆਣੇ ਦੇ, ਪੰਜਾਬ ਦੇ ਵਿੱਚ ਥੱਲਿਓਂ ਪ੍ਰੈਸ਼ਰ ਸ਼ੁਰੂ ਤੋਂ ਬਹੁਤ ਰਿਹਾ, ਕਿਸਾਨਾਂ ਦਾ ਪ੍ਰੈਸ਼ਰ ਸ਼ੁਰੂ ਤੋਂ ਬਹੁਤ ਰਿਹਾ। ਮਾੜਾ ਹਾਲ ਜਿਹੜਾ ਹੈਗਾ ਵਾ ਉਹ ਯੂਪੀ ਦੇ ਵਿੱਚ। ਮੈਂ ਤੁਹਾਨੂੰ ਐਗਜ਼ਾਮਪਲ ਦੇ ਸਕਦਾ, ਜੇ ਤੁਸੀਂ ਅਜੇ ਵੈਸਟਰਨ ਯੂਪੀ ਚਲੇ ਜਾਓ, ਉੱਥੇ ਜਿਹੜੇ ਪ੍ਰਾਈਵੇਟ ਸ਼ੂਗਰ ਕ੍ਰੈਸ਼ਰ ਵਾ, ਮਿੱਲਾਂ ਨਹੀਂ, ਜਿਹੜੀਆਂ ਛੋਟੇ ਲੈਵਲ ਦੀਆਂ ਹੈਗੀਆਂ, 5000 ਜਾਂ 7000 ਕੁਇੰਟਲ ਗੰਨਾ ਪੀੜਦੀਆਂ, ਉੱਥੇ ਗੰਨਾ ਅੱਜ ਵੀ 200 ਸਵਾ 200 ਰੁਪਏ, ਇੱਕ ਦਿਨ ਦੇ ਵਿੱਚ 240 ਹੋ ਜਾਂਦਾ ਵਾ। ਜਿੱਦਣ ਗੰਨਾ ਵੱਧ ਜਾਂਦਾ ਵਾ ਉਦੋਂ 190 ਹੋ ਜਾਂਦਾ। ਇਹ ਚੱਲਣ ਡਿਆ, ਸਾਰਾ ਖੇਡ ਚੱਲਣ ਡਿਆ। ਹਾਂ, ਇਹ ਜ਼ਰੂਰ ਹੈ ਕਿ ਏਜੰਡਾ ਬਣ ਗਿਆ, ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿੱਥੇ MSP ਮਿਲਦੀ ਆ ਉੱਥੇ ਕਿਸਾਨ ਨੂੰ ਜ਼ਿਆਦਾ ਪੈਸੇ ਮਿਲਦੇ ਆ। ਤੇ ਮੈਨੂੰ ਲੱਗਦਾ ਕਿ ਇਹ ਜਿੱਦਾਂ ਟਕੈਤ ਸਾਹਿਬ ਬਾਰ-ਬਾਰ ਇਸ ਗੱਲ ਤੇ ਜ਼ੋਰ ਦੇ ਰਹੇ, ਉਹਨਾਂ ਨੂੰ ਪਤਾ ਕਿ ਵੈਸਟਰਨ ਯੂਪੀ ਦੇ ਵਿੱਚ MSP ਇੱਕ ਬਹੁਤ ਵੱਡਾ ਮੁੱਦਾ ਹੈਗਾ ਵਾ, ਤੇ ਇਹ MSP ਤੋਂ ਬਿਨਾਂ ਅਸੀਂ ਵਾਪਸ ਜਿਹੜਾ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਊਗਾ। ਉਹਨਾਂ ਨੇ ਇਸ਼ੂ ਨੂੰ ਪੋਲੀਟੀਕਲ ਬਣਾਇਆ, ਔਰ ਯੂਪੀ ਦੇ ਵਿੱਚ, ਵੈਸਟਰਨ ਯੂਪੀ ਦੇ ਵਿੱਚ ਜਿਹੜੀ ਮਾਸ ਮੋਬਿਲਾਈਜੇਸ਼ਨ ਹੈਗੀ ਆ, ਜਾਂ ਜਿਹੜੇ ਲੋਕ ਉੱਥੇ ਆ ਰਹੇ ਆ, ਉਹਨਾਂ ਲਈ ਵੀ ਵੱਡਾ ਮੁੱਦਾ ਜਿਹੜਾ ਉਹ MSP ਆ। ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਕੋਈ ਨਾ ਕੋਈ ਵਿਊ। ਤੁਸੀਂ ਇੱਕ ਸਵਾਲ ਕਿਹਾ ਸੀ ਵੀ ਇਹ ਬਹੁਤ ਮੁਸ਼ਕਲ ਹੈ, ਇਹ ਮੁਸ਼ਕਲ ਨਹੀਂ ਹੈਗਾ। ਇਹ ਉੱਦਾਂ ਹੀ ਆ ਜਿੱਦਾਂ ਪਰਾਲੀ ਦਾ ਜਿਹੜਾ ਸੀ ਨਾ, ਇੱਕ ਜਿਹੜਾ ਬੰਬਾਲ ਖੜਾ ਕੀਤਾ ਗਿਆ ਸੀ, ਸਰਕਾਰ ਨੇ ਉਹ ਨਹੀਂ ਖਰੀਦਣੀ ਆ। MSP ਦਾ ਮਤਲਬ ਹੈਗਾ ਕਿ ਸਰਕਾਰ ਤੋਂ ਇਲਾਵਾ ਆੜ੍ਹਤੀਏ ਜਾਂ ਹੋਰ ਬਾਣੀਏ, ਟਰੇਡਰ, ਉਹ ਖਰੀਦਦੇ ਆ। ਤੁਸੀਂ ਦੇਖੋ ਦਾਲਾਂ ਸਾਰੀਆਂ ਉਹ ਖਰੀਦ ਲੈਂਦੇ ਆ। ਜਦੋਂ ਦਾਲਾਂ ਆਉਂਦੀਆਂ, ਸਾਰੇ ਜਿਹੜੇ ਦੋ ਵੱਡੇ ਜਿਹੜੇ ਹੈਗੇ ਸਾਡੇ ਦੇਸ਼ ਦੇ ਵਪਾਰੀ ਆ, ਉਹ ਸਾਰੀਆਂ ਮੱਧ ਪ੍ਰਦੇਸ਼ ਚੋਂ, ਸਾਰੇ ਦੇ ਸਾਰੇ ਦਾਲਾਂ ਖਰੀਦ ਲੈਂਦੇ ਆ। ਉਹ ਸਾਰੀਆਂ ਜਿਹੜੀਆਂ ਫਸਲਾਂ ਉਹਨੂੰ ਚਾਹੀਦੀਆਂ ਉਹ ਖਰੀਦ ਲੈਂਦੇ ਆ। ਪੁਆਇੰਟ ਇੱਥੇ ਖਰੀਦਦੇ ਬਹੁਤ, ਕਿਉਂਕਿ ਇੱਕਦਮ ਮਹੀਨੇ ਦੇ ਵਿੱਚ ਸਾਰੀ ਫਸਲ ਆਉਂਦੀ ਆ। ਸਿਰਫ ਇਹਨਾਂ ਦੇ ਵਿੱਚ ਇਹ ਹੈਗਾ ਕਿ ਸਰਕਾਰ MSP ਦਿੰਦੀ ਹੈ, ਸਰਕਾਰ ਨੇ ਜਿੰਨਾ ਖਰੀਦਣਾ ਉਹ ਖਰੀਦੇ। ਉਹ ਬਹੁਤ ਜ਼ਰੂਰੀ ਆ। ਇਸ ਦੇਸ਼ ਦੀ ਪੋਲੀਟੀਕਲ ਸਟੇਬਿਲਿਟੀ ਜਿਹੜੀ ਹੈਗੀ ਆ, ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਸੀ ਉਦੋਂ ਆਇਆ ਸੀ। 1960 ਦਾ ਮੈਂ ਥੋੜੀ ਬੈਕਗਰਾਊਂਡ ਦਿਖਾਉਣਾ ਚਾਹੁੰਦਾ। ਸਭ ਤੋਂ ਖਤਰਨਾਕ ਦਹਾਕਾ ਸੀਗਾ। ਸੈਲਗ ਹੈਰਿਸਨ ਇੱਕ ਅਮਰੀਕਨ ਰਾਈਟਰ ਸੀ, ਉਹਨੇ ਲਿਖਿਆ ਸੀ ਇੰਡੀਆ ਦਾ ਮੋਸਟ ਡੇਂਜਰਸ ਡੈਕਡ, ਵੀ ਇਹਦਾ ਜਿਹੜਾ ਕੰਮ ਬਹੁਤਾ ਹਿੱਲਿਆ ਫਿਰਦਾ। ਜਦੋਂ PL 480 ਤੋਂ ਲੈ ਕੇ ਆਏ ਸੀਗੇ, ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਵਾ, ਦੇਸ਼ ਆਪਣੇ ਪੈਰਾਂ ਤੇ ਆ ਗਿਆ। ਪਾਕਿਸਤਾਨ
ਦੇ ਨਾਲ ਲੜਾਈ ਲੜੀ, 2 ਹਿੱਸਿਆਂ 'ਚ ਵੰਡਤਾ, ਅੰਡਰਗਰਾਊਂਡ ਨਿਊਕਲੀਅਰ ਐਕਸਪਲੋਜ਼ਨ ਹੋਇਆ ਵਾ। ਸੋ ਇਹ ਜਿਹੜੀਆਂ ਸਰਕਾਰਾਂ ਨੂੰ ਯਾਦ ਕਰਾਉਣ ਦੀ ਲੋੜ ਹੈਗੀ ਆ ਕਿ ਇਸ ਦੇਸ਼ ਦੀ ਪੋਲੀਟੀਕਲ ਸਟੇਬਿਲਿਟੀ, ਇਕਨੋਮਿਕ ਗਰੋਥ ਤੇ ਜਿਹੜਾ ਦਾ ਐਮਐਸਸੀ ਵਰਲਡ ਦੇ ਵਿੱਚ ਉਹਨੂੰ ਖੜਾ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਕਿਸਾਨੀ ਦਾ ਹੈਗਾ। ਤੋ ਇਸ ਕਰਕੇ ਇਹ ਗੱਲਾਂ ਛੱਡ ਕੇ ਕਿ ਤੇ ਬਹੁਤ ਸਾਰੇ ਪੈਸੇ ਲੱਗਣੇ ਆ, ਇਹ ਬਹੁਤ ਸਾਰੇ ਖਰੀਦ ਨਹੀਂ ਸਕਦੇ, ਇਹ ਬਿਲਕੁਲ ਗਲਤ ਹੈਗੀ ਆ। ਨੀਤ ਠੀਕ ਹੋਣੀ ਚਾਹੀਦੀ ਆ। ਜੇ ਉਹ ਨਹੀਂ ਮੰਨਣਗੇ ਤੇ ਮੈਨੂੰ ਲੱਗਦਾ ਵੀ ਕਿਸਾਨ ਅਲਟੀਮੇਟਲੀ, ਨਹੀਂ ਤੇ ਇਹ ਸੰਘਰਸ਼ ਹੁਣ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ 5 ਸਾਲਾਂ ਬਾਅਦ ਪੈਂਦੀਆਂ। ਹਰ 5 ਸਾਲਾਂ ਦੇ ਵਿੱਚ ਹਰ ਸਟੇਟ ਦੇ ਵਿੱਚ 3 ਵੋਟਾਂ ਪੈਂਦੀਆਂ, 3 ਵਾਰੀ। ਯੂਪੀ ਦੇ ਵਿੱਚ ਕਿਉਂ ਬੀਜੇਪੀ ਹਿੱਲੀ ਆ? 75 ਜ਼ਿਲ੍ਹਿਆਂ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਇੱਕ ਦੇ ਵਿੱਚੋਂ ਵੀ ਬੀਜੇਪੀ ਨੂੰ ਮੈਜੋਰਟੀ ਨਹੀਂ ਮਿਲੀ। 90,000 ਪਿੰਡ ਵਾ, 10-12,000 ਪਿੰਡ ਨੂੰ ਛੱਡ ਕੇ ਬਾਕੀ ਕਿਤੇ ਇਹਨਾਂ ਦਾ ਬੰਦਾ ਨਹੀਂ ਬਣਿਆ। ਬਲਾਕ ਸੰਮਤੀਆਂ ਦੇ ਵਿੱਚੋਂ ਕਿਤੇ ਮੈਜੋਰਟੀ ਨਹੀਂ ਮਿਲੀ। ਅਸਲ 'ਚ ਉਹ ਜੜ੍ਹਾਂ ਜਦੋਂ ਨਾ ਥੱਲਿਓਂ ਹਿੱਲੀਆਂ ਵਾ, ਘੰਟੀਆਂ ਵੱਜੀਆਂ ਵਾ, ਉਹਦਾ ਕਾਰਨ ਇਹ ਸੀ ਕਿਸਾਨੀ ਸੰਘਰਸ਼ ਤੇ ਇਹਦੇ ਨਾਲ ਨਾਲ ਜਿਹੜੇ ਕਿਸਾਨਾਂ ਦੇ ਮਸਲੇ ਸੀ। ਤਾਂ ਇਸ ਵੇਲੇ ਮੈਨੂੰ ਲੱਗਦਾ ਵੀ ਐਮਐਸਪੀ ਜਿਹੜਾ ਹੈਗਾ ਉਹ ਸੈਂਟਰਲ ਪੁਆਇੰਟ ਆ, ਭਾਵੇਂ ਕਿ ਦੂਸਰੇ ਪੁਆਇੰਟ ਵੀ ਉਸੇ ਤਰੀਕੇ ਨਾਲ ਇੰਪੋਰਟੈਂਟ ਹੈਗੇ ਆ, ਚਾਹੇ ਉਹ ਲਖੀਮਪੁਰ ਖੀਰੀ ਦਾ ਹੈ, ਚਾਹੇ ਉਹ ਕਿਸਾਨਾਂ ਦੀ ਸ਼ਹਾਦਤ ਦਾ ਹੈ, ਚਾਹੇ ਆਪਾਂ ਬਿਜਲੀ ਬਿੱਲਾਂ ਜਾਂ ਹੋਰਨਾਂ ਚੀਜ਼ਾਂ ਦੀ ਜਿਹੜੀ ਉਹ ਚੋਂ ਗੱਲ ਕੀਤੀ ਹੈ। ਜੀ ਸ਼ੁਕਰੀਆ ਸੇਖੋਂ ਸਾਹਿਬ, ਧੰਨਵਾਦ। ਥੈਂਕ ਯੂ।